ਭਾਰਤੀ ਸੁਪਰੀਮ ਕੋਰਟ ਜਿਹਨੇ कि एक दिन ਪਹਿਲਾਂ एक ऐलान कर दिता कि ਅਸੀਂ ਜਿਹੜੇ ਕਾਨੂੰਨ ਆ ਉਹ ਹੋਲਡ ਤੇ ਪਾਉਣੇ ਆ ਜਿਹੜੇ ਖੇਤੀ ਬਿੱਲ ਹੈਗੇ ਸੋ ਇੱਕ ਠੀਕ ਫੈਸਲਾ ਸੀਗਾ ਕਿ ਖੇਤੀ ਬਿੱਲ ਜਿਹੜੇ ਆ ਹੋਲਡ ਤੇ ਪਾਤੇ ਪਰ ਇਹ ਫੋਲਡ ਹੋਣੇ ਚਾਹੀਦੇ ਸੀ मतलब कि ਰੱਦ ਹੋਣੇ ਚਾਹੀਦੇ ਸੀਗੇ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਰਾਹਤ ਜਿਹੜੀ ਸੀ ਇਸ ਤਰ੍ਹਾਂ ਦੀ ਸੀਗੀ ਕਿ ਗੁੜ ਦੇ ਵਿੱਚ ਲਪੇਟ ਕੇ ਕਨੈਣ ਦੇਣ ਵਾਲੀ ਗੱਲ ਸੀ ਨਾਲ ਇੱਕ ਕਮੇਟੀ ਬਣਾ ਦਿੱਤੀ ਗਈ ਤੇ ਕਮੇਟੀ ਦੇ ਵਿੱਚ 4 ਜਣੇ ਉਹ ਪਾਏ ਗਏ ਜਿਹੜੇ ਕਿ ਪਹਿਲਾਂ ਹੀ ਇਹਨਾਂ ਖੇਤੀ ਬਿੱਲਾਂ ਦਾ ਸਮਰਥਨ ਕਰ ਚੁੱਕੇ ਆ ਹਮਾਇਤ ਕਰ ਚੁੱਕੇ ਆ ਤੇ ਖੁੱਲ੍ਹੇਆਮ ਮੋਦੀ ਸਰਕਾਰ ਦੀ ਸਿਫਤ ਕਰ ਚੁੱਕੇ ਆ ਸੋ ਜਿਉਂ ਹੀ ਇਹ ਗੱਲ ਕਿਸਾਨਾਂ ਦੇ ਵਿੱਚ ਆਈ ਆ ਤੇ ਕਿਸਾਨਾਂ ਨੇ ਨਾਲ ਹੀ ਇਹ ਕਮੇਟੀ ਜਿਹੜੀ ਆ ਉਹ ਨਕਾਰ ਦਿੱਤੀ ਹੈ ਕਿ ਸਾਨੂੰ ਇਹ ਕਮੇਟੀ ਬਿਲਕੁਲ ਵੀ ਮਨਜ਼ੂਰ ਨਹੀਂ ਹੈਗੀ ਆਮ ਲੋਕ ਜਿਹੜੇ ਉਹ ਵੀ ਇਹੀ ਸਮਝ ਰਹੇ ਆ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਰਾਹੀਂ ਇੱਕ ਬਹੁਤ ਹੀ ਨੀਚ ਤੇ ਘਟੀਆ ਹਰਕਤ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਖੇਡੀ ਆ ਰੌਲਾ ਇਹ ਨਹੀਂ ਹੈਗਾ ਕਿ ਕਮੇਟੀ ਦੇ ਵਿੱਚ ਕੌਣ ਆ ਕਮੇਟੀ ਵਿੱਚ ਬੇਸ਼ੱਕ ਕਿਸਾਨ ਯੂਨੀਅਨ ਵਾਲੇ ਵੀ ਹੋਣ ਪਰ ਗੱਲ ਇਹ ਹੈਗੀ ਆ ਕਿ ਕੀ ਕਮੇਟੀ ਜਿਹੜੀ ਆ ਉਹ ਨਿਰਪੱਖ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਕਿ ਪੰਜਾਬ ਦੇ ਸਪੂਤ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਇਹ ਕਿਸਾਨ ਜਿਹੜੇ ਖਾਲਿਸਤਾਨੀ ਆ ਤਾਂ ਡਾਕਟਰ ਧਰਮਵੀਰ ਗਾਂਧੀ ਸਭ ਤੋਂ ਵੱਡਾ ਖਾਲਿਸਤਾਨੀ ਆ ਪੰਜਾਬ ਨਾਲ ਜੁੜੇ ਵੱਡੇ ਲੋਕਾਂ ਨੂੰ ਵੀ ਨਾਲ ਮਿਲਾ ਲਿਆ ਗਿਆ ਜਿਹਨਾਂ ਵਿੱਚ ਇੱਕ ਵੱਡਾ ਨਾਂ ਹੈਗਾ ਧਰਮਿੰਦਰ ਪਰਿਵਾਰ ਹਾਲਾਂਕਿ ਉਹਨਾਂ ਦਾ ਬੇਟਾ ਸਨੀ ਦਿਓਲ ਜਿਹੜਾ ਆ ਗੁਰਦਾਸਪੁਰ ਤੋਂ MP ਆ ਉਹ ਪਹਿਲਾਂ ਹੀ ਇਸ ਬਿੱਲ ਦੇ ਹੱਕ ਵਿੱਚ ਆ ਕਿਸਾਨਾਂ ਦਾ ਵਿਰੋਧ ਕਰ ਰਿਹਾ ਧਰਮਿੰਦਰ ਹਜੇ ਵਿੱਚ ਵਿਚਾਲੇ ਦੀ ਗੱਲ ਜਿਹੜੀ ਕਰ ਰਹੇ ਸੀਗੇ ਪਰ ਅੱਜ ਧਰਮਿੰਦਰ ਅਤੇ ਹੇਮਾ ਮਾਲਿਨੀ ਜਿਹਨਾਂ ਨੂੰ ਕਿ ਕਦੀ ਪੰਜਾਬ ਦਾ ਭਰਾ ਪੰਜਾਬ ਦੀ ਭਾਬੀ ਹੋਣ ਦਾ ਮਾਣ ਵੀ ਪੰਜਾਬੀਆਂ ਨੂੰ ਦਿੱਤਾ ਉਹ ਖੁੱਲ੍ਹ ਕੇ ਕਹਿ ਰਿਹਾ ਕਿ ਕਿਸਾਨਾਂ ਨੂੰ ਸਮਝ ਹੀ ਨਹੀਂ ਆ ਰਹੀ ਜੀ ਕੀ ਕੇਂਦਰ ਸਰਕਾਰ ਖੇਤੀ ਬਿੱਲ ਬਣਾ ਸਕਦੀ ਹੈ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ ਸੰਵਿਧਾਨ 'ਚ ਤਾਂ ਇਹ ਲਿਖਿਆ ਹੋਇਆ ਕਿ ਇਹੋ ਜਿਹੇ ਬਿੱਲ ਬਣਾਉਣ ਦਾ ਹੱਕ ਸੂਬਾ ਸਰਕਾਰਾਂ ਨੂੰ ਆ ਸੋ ਸੁਪਰੀਮ ਕੋਰਟ ਨੂੰ ਉਹ ਦੇਖਣਾ ਚਾਹੀਦਾ ਸੀਗਾ ਸਾਨੂੰ ਸੁਪਰੀਮ ਕੋਰਟ ਨੇ ਸੱਦਿਆ ਧਿਰ ਬਣਾ ਕੇ ਤਾਂ ਅਸੀਂ ਆਪਣਾ ਜਵਾਬ ਦਿੱਤਾ ਅਦਰਵਾਈਜ਼ ਅਸੀਂ ਕਦੀ ਨਹੀਂ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਦਖਲ ਦੇਵੇ ਜਿਹੜੀ ਕਿ ਗੱਲ ਉਹਨਾਂ ਦੀ ਬਿਲਕੁਲ ਜਾਇਜ਼ ਹੈ ਹੁਣ ਸਰਕਾਰ ਨੇ ਉਹ ਪ੍ਰੋਪੇਗੰਡਾ ਆਲਰੇਡੀ ਸ਼ੁਰੂ ਕਰ ਦਿੱਤਾ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ ਨਕਸਲੀ ਅਤੇ ਖਾਲਿਸਤਾਨੀ ਵਾਲੀ ਗੱਲ ਜਿਹੜੀ ਹੈ ਪ੍ਰੋਪੇਗੰਡਾ ਚੱਲਿਆ ਸੀਗਾ ਤੇ ਉਦੋਂ ਰਾਜਸਥਾਨ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਪਹਿਲ ਕੀਤੀ ਸੀ ਕਿ ਜੇ ਖਾਲਿਸਤਾਨੀ ਨੇ ਤਾਂ ਅਸੀਂ ਵੀ ਖਾਲਿਸਤਾਨੀ ਅਹੁਦਿਆਂ ਦੇ ਉੱਤੇ ਬਣੇ ਹੋਏ ਲੋਕ ਜਿਹੜੇ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੁਝ ਛੱਡ ਕੇ ਪਰੇ ਹੁੰਦੇ ਰਹੇ ਆ ਚਾਹੇ ਉਹ ਪ੍ਰਧਾਨ ਮੰਤਰੀ ਆਪਾਂ ਗੱਲ ਕਰ ਸਕਦੇ ਹਾਂ ਪੌਲ ਮਾਰਟਨ ਦੀ ਸਟੀਫਨ ਹਾਰਪਰ ਉਹਨਾਂ ਦੀ ਆਪਣਾ ਕੰਮ ਇੱਕ ਵਾਰੀ ਕਰ ਲਿਆ ਇੱਕ ਦੋ ਵਾਰੀ ਪ੍ਰਧਾਨ ਮੰਤਰੀ ਬਣ ਗਏ ਉਦੋਂ ਬਾਅਦ ਵਿੱਚੋਂ ਲਾਂਭੇ ਹੋ ਜਾਂਦੇ ਆ ਭਾਰਤ ਜਾਂ ਹੋਰ ਮੁਲਕਾਂ ਵਾਂਗ ਨਹੀਂ ਕਿ ਤੁਹਾਨੂੰ ਫੜ ਕੇ ਲਾਉਣਾ ਪੈਂਦਾ ਜਾਂ ਤੁਸੀਂ ਮੌਤ ਦੇ ਨਾਲ ਹੀ ਕੁਰਸੀ ਛੱਡਦੇ ਆ ਜਿੱਥੇ ਡੈਮੋਕ੍ਰੇਟਸ ਨੇ ਟਰੰਪ ਦੇ ਉਲਟ ਵੋਟਾਂ ਪਾਈਆਂ ਉੱਥੇ 10 ਰਿਪਬਲਿਕਨ ਜਿਹੜੇ ਕਿ ਟਰੰਪ ਦੇ ਖੁਦ ਦੀ ਪਾਰਟੀ ਦੇ ਆਗੂ ਸੀਗੇ ਉਹਨਾਂ ਨੇ ਵੀ ਟਰੰਪ ਦੇ ਉਲਟ ਜਿਹੜੀਆਂ ਜਾ ਕੇ ਵੋਟਾਂ ਪਾਈਆਂ ਉਹਨਾਂ ਦੇ ਉਲਟ ਭੁਗਤੇ ਆ ਦਾ ਸਹੋਤਾ ਸ਼ੋ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹਾਂ ਮਹਿੰਦਰਾ ਜੂਲਰ ਦੇ ਸਹਿਯੋਗ ਨਾਲ ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਸੁਨਿਆਰਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ ਜਿੱਥੋਂ ਕਿ ਤੁਸੀਂ ਗਹਿਣੇ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਖਰੀਦ ਸਕਦੇ ਆ ਇਸ ਵੇਲੇ ਇਹਨਾਂ ਨੇ ਵਿਸ਼ੇਸ਼ ਆਫਰ ਚਲਾਈ ਆ ਕਿ ਤੁਸੀਂ 11 ਮਹੀਨੇ ਕੋਈ ਵੀ ਬੱਝਵੀਂ ਰਕਮ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ 19 ਕਿਸ਼ਤ ਕੋਲੋਂ ਦੇ ਕੇ ਤੁਹਾਡਾ ਮਨਪਸੰਦ ਗਹਿਣਾ ਜਿਹੜਾ ਤੁਹਾਨੂੰ ਦੇਣਗੇ ਅਤੇ ਅੱਖੀਂ ਦੇਖਣ ਲਈ ਇਹਨਾਂ ਦਾ ਸ਼ੋਅਰੂਮ ਪਹੁੰਚੋ ਯੂਨਿਟ 332 8128 128 ਸਟਰੀਟ ਸਰੀ ਅਤੇ ਜੇ ਵਟਸਐਪ 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਵਟਸਐਪ ਨੰਬਰ ਸੇਵ ਕਰ ਲਓ 604 916 1010 ਅਤੇ ਸਾਡੇ ਦੂਜੇ ਸਪੋਂਸਰ ਨੇ ਫਾਈਬਰਟੈਕ ਪਲੰਬਿੰਗ ਦੀ ਦੁਨੀਆ ਦੇ ਵਿੱਚ ਵੱਡਾ ਨਾਂ ਸਰੀ ਵੈਨਕੂਵਰ ਕੋਕਿਟਲਮ 3 ਥਾਂ ਤੋਂ ਇਹ ਸੇਵਾਵਾਂ ਦੇ ਰਹੇ ਆ ਪਰ ਪੂਰੇ BC ਦੇ ਵਿੱਚ ਸਮਾਨ ਡਿਲੀਵਰ ਕਰਦੇ ਆ ਨਵਾਂ ਘਰ ਬਣਾਉਣ ਲੱਗੇ ਆ ਟਾਊਨ ਹਾਊਸ ਜਾਂ ਕੋਂਡੋ ਪ੍ਰੋਜੈਕਟ ਸ਼ੁਰੂ ਕੀਤਾ ਜਾਂ ਵੈਸੇ ਹੀ ਰੈਨੋਵੇਸ਼ਨ ਲਈ ਪਲੰਬਿੰਗ ਦਾ ਸਮਾਨ ਚਾਹੀਦਾ ਟੂਟੀਆਂ ਟੱਬ ਟੋਇਲਟਸ ਵਗੈਰਾ ਤਾਂ ਅੱਜ ਹੀ ਫਾਈਬਰਟੈਕ 'ਤੇ ਪਧਾਰੋ ਜਿੱਥੇ ਕਿ ਇਹਨਾਂ ਕੋਲ ਆਲਾ ਬ੍ਰਾਂਡਸ ਅਤੇ ਨਵੇਂ ਤੋਂ ਨਵੇਂ ਡਿਜ਼ਾਈਨ ਜਿਹੜੇ ਆ ਜੀ ਉਹ ਮੌਜੂਦ ਹੈਗੇ ਆ ਇਸ ਵੇਲੇ ਇਹਨਾਂ ਨੂੰ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਲੋੜ ਆ ਅਤੇ ਨਾਲ ਦੀ ਨਾਲ ਡਿਲੀਵਰੀ ਡਰਾਈਵਰਾਂ ਦੀ ਵੀ ਲੋੜ ਆ ਐਡਰੈਸ ਇਹਨਾਂ ਦਾ ਹੈਗਾ 8247 130 ਸਟਰੀਟ ਸਰੀ ਅਤੇ ਫੋਨ 604 507 2199 ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਉਹਦੇ ਪਿੱਛੇ ਕਾਰਨ ਕੀ ਸੀਗਾ ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਦੁਨੀਆ ਦੀ ਸੁਪਰ ਪਾਵਰ ਦੇ ਸੁਪਰ ਰਾਸ਼ਟਰਪਤੀ ਜਿਨ੍ਹਾਂ ਨੂੰ ਕਿ ਦੂਜੀ ਵਾਰੀ ਇੰਪੀਚ ਕੀਤਾ ਗਿਆ ਉਹਦੀ ਗੱਲਬਾਤ ਕਰਾਂਗੇ ਨਾਲੇ ਗੱਲ ਕਰਾਂਗੇ ਕਿਸਾਨ ਮੋਰਚੇ ਦੇ ਵਿੱਚ ਸੁਪਰੀਮ ਕੋਰਟ ਦੀ ਭੂਮਿਕਾ ਦੀ ਸੁਪਰੀਮ ਕੋਰਟ ਦੇ ਇੱਕ ਪਾਸੇ ਫੈਸਲੇ ਨੇ
ਕਿਸਾਨ ਅੰਦੋਲਨ ਨੂੰ ਕਿਵੇਂ ਪ੍ਰਭਾਵਿਤ ਕੀਤਾ, ਲੋਕ ਇਹਦੇ ਬਾਰੇ ਕੀ ਸੋਚਦੇ ਆ, ਉਹ ਗੱਲ ਕਰਾਂਗੇ। ਟਰੈਕਟਰ ਮਾਰਚ ਦੀਆਂ ਤਿਆਰੀਆਂ ਨਿਕਲ ਰਹੀਆਂ। ਸਰਕਾਰ ਦੇ ਨਾਲ ਹੁਣ ਕਿਸਾਨ ਆਗੂ ਵੀ ਥੋੜ੍ਹੇ ਜਿਹੇ ਚਿੰਤਤ ਦਿਖਾਈ ਦੇ ਰਹੇ ਆ ਇਸ ਨੂੰ ਲੈ ਕੇ, ਅਤੇ ਇਸ ਦੇ ਨਾਲ ਹੀ ਅਗਾਂਹ ਕੀ ਹੋ ਸਕਦਾ, ਇਹ ਸਾਰੀਆਂ ਗੱਲਾਂ ਬਾਤਾਂ ਲੈ ਕੇ ਹੁਣੇ ਹੀ ਹਾਜ਼ਰ ਹੁੰਦੇ ਹਾਂ। ਇੱਕ ਵਾਰ ਫਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਗੱਲ ਆਪਾਂ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਉਹਨਾਂ ਦੇ ਅਸਤੀਫੇ ਤੋਂ। ਨਵਦੀਪ ਸਿੰਘ ਬੈਂਸ ਲਿਬਰਲ ਦੇ ਵਿੱਚ ਜਿਹੜੇ ਸਿੱਖ MP ਉਹਨਾਂ ਵਿੱਚੋਂ ਸੀਨੀਅਰ MP ਆ, ਮਿਨਿਸਟਰ ਰਹੇ ਆ। 2004 ਦੇ ਵਿੱਚ ਬਰੈਂਪਟਨ ਦੇ ਹਲਕੇ ਤੋਂ ਜਿੱਤ ਕੇ ਉਹਨਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀਗੀ। ਪ੍ਰਾਈਮ ਮਿਨਿਸਟਰ ਟਰੂਡੋ ਦੇ ਬੜੇ ਕਲੋਜ਼ ਰਹੇ ਆ, ਉਹ ਵੱਡੇ ਵੱਡੇ ਅਹੁਦੇ ਜਿਹੜੇ ਉਹਨਾਂ ਨੂੰ ਮਿਲੇ ਆ। ਹੁਣ ਵੀ ਕੈਬਨਿਟ ਮੰਤਰੀ ਸੀਗਾ। ਅਚਾਨਕ ਉਹਨਾਂ ਨੇ ਕੈਬਨਿਟ ਮੰਤਰੀ ਤੋਂ ਅਸਤੀਫਾ ਦੇ ਦਿੱਤਾ, ਕਿਹਾ ਕਿ ਮੈਂ ਹੁਣ ਸਿਆਸਤ ਜਿਹੜੀ ਛੱਡ ਰਿਹਾ, ਪਰ ਨਾਲ ਦੀ ਨਾਲ ਜਿਹੜਾ ਮੈਂ ਮਿਸੀਸਾਗਾ ਤੋਂ MP ਬਣਿਆ ਰਹੂੰਗਾ, ਮਾਲਟਨ ਹਲਕੇ ਤੋਂ, ਪਰ ਅਗਾਂਹ ਚੋਣ ਨਹੀਂ ਲੜੂੰਗਾ। ਸੋ ਜਦੋਂ ਇਹ ਐਲਾਨ ਕੀਤਾ ਗਿਆ ਤਾਂ ਨਾਲ ਹੀ ਜਿਹੜੀਆਂ ਅਫਵਾਹਾਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਕਿ ਐਸੀ ਕੀ ਗੱਲ ਹੋ ਗਈ ਕਿ ਅਚਾਨਕ ਨਵਦੀਪ ਬੈਂਸ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਜਾਂ ਛੱਡਣਾ ਪੈ ਗਿਆ। ਸੋ ਅਕਸਰ ਜਿਹੜਾ ਇਹ ਨੈਗੇਟਿਵਿਟੀ ਜ਼ਿਆਦਾ ਹੁੰਦੀ ਹੈ, ਸੋ ਬਹੁਤ ਸਾਰੇ ਲੋਕਾਂ ਨੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਜ਼ਰੂਰ ਕਿਸੇ ਨਾ ਕਿਸੇ ਸਕੈਂਡਲ ਦੇ ਵਿੱਚ ਨਾ ਆ ਗਿਆ ਹੋਣਾ, ਕੋਈ ਗਲਤੀ ਹੋ ਗਈ ਹੋਣੀ ਹੈ ਜਿਸ ਕਰਕੇ ਇਹ ਪਰੇ ਕੀਤਾ ਜਾ ਰਿਹਾ ਇਹਨਾਂ ਨੂੰ, ਜਾਂ ਪਰੇ ਹੋ ਰਹੇ ਆ। ਪਰ ਇਹਨਾਂ ਸਾਰੀਆਂ ਚਰਚਾਵਾਂ ਦਾ ਅੰਤ ਖੁਦ ਨਵਦੀਪ ਸਿੰਘ ਬੈਂਸ ਨੇ ਟੋਰਾਂਟੋ ਇਲਾਕੇ ਦੇ ਸੀਨੀਅਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਿਹੜਾ ਜੀ ਉਹ ਕੀਤਾ ਆ। ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੀ ਇੱਛਾ ਨੂੰ ਮੁੱਖ ਰੱਖਦਿਆਂ, ਆਪਣੀ ਇੱਛਾ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਆ। ਬਹੁਤ ਸਮੇਂ ਤੋਂ ਮੇਰਾ ਪਰਿਵਾਰ ਇਹ ਕਹਿ ਰਿਹਾ ਸੀਗਾ ਕਿ ਤੁਸੀਂ ਹੁਣ ਸਿਆਸਤ ਦੇ ਵਿੱਚ ਆਪਣੀ ਜ਼ਿੰਦਗੀ ਦੇ ਜਿਹੜੇ ਆ ਉਹ 15-16 ਵਰ੍ਹੇ ਜਿਹੜੇ ਆ ਲਾ ਦਿੱਤੇ ਆ, ਅਤੇ ਹੁਣ ਸਮਾਂ ਆਇਆ ਕਿ ਪਰਿਵਾਰ ਵੱਲ ਵੀ ਧਿਆਨ ਦਿੱਤਾ ਜਾਵੇ, ਜਿਹੜੀਆਂ ਹੋਰ ਜ਼ਿੰਮੇਵਾਰੀਆਂ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ। ਕਹਿੰਦੇ ਇਸ ਨੂੰ ਮੁੱਖ ਰੱਖ ਕੇ ਮੈਂ ਫੈਸਲਾ ਲਿਆ ਆ, ਅਤੇ ਇਹ ਫੈਸਲਾ ਜਿਹੜਾ ਆ ਇਹਦੇ ਨਾਲ ਕਿਸੇ ਸਕੈਂਡਲ ਦਾ ਜਾਂ ਕਿਸੇ ਘਪਲੇ ਦਾ ਕੋਈ ਵੀ ਜ਼ਿਕਰ ਜਿਹੜਾ ਆ ਜਾਂ ਕੋਈ ਚਰਚਾ ਨਹੀਂ ਹੈਗੀ, ਇਹ ਸਭ ਅਫਵਾਹਾਂ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਜਿਹੜੇ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆ ਉਹਨਾਂ ਨਾਲ ਉਹਨਾਂ ਨੇ ਇਸ ਮਸਲੇ 'ਤੇ ਗੱਲਬਾਤ ਕੀਤੀ। ਉਹਨਾਂ ਨੇ 1 ਘੰਟਾ ਇਸ ਸਨੋਹ ਦੇ ਵਿੱਚ ਉਹਨਾਂ ਦੇ ਨਾਲ ਵਾਕ ਕੀਤੀ, ਗੱਲਾਂ ਬਾਤਾਂ ਕੀਤੀਆਂ, ਅਤੇ ਉਲਟਾ ਟਰੂਡੋ ਨੇ ਉਹਨਾਂ ਨੂੰ ਕਿਹਾ ਵੀ ਤੂੰ ਲੱਕੀ ਆ ਨਵਦੀਪ ਕਿ ਤੂੰ ਇਹ ਫੈਸਲਾ ਲੈ ਸਕਦਾ ਆ, ਇਸ ਫੈਸਲੇ ਨੂੰ ਲੈਣ ਦੀ ਤੇਰੇ 'ਚ ਸਮਰੱਥਾ ਹੈਗੀ ਆ, ਮੇਰੇ ਮੋਢੇ 'ਤੇ ਹਜੇ ਹੋਰ ਜ਼ਿੰਮੇਵਾਰੀਆਂ ਆ, ਮੈਂ ਅਜਿਹਾ ਅਜੇ ਨਹੀਂ ਕਰ ਸਕਦਾ। ਅਤੇ ਕੈਨੇਡੀਅਨ ਸਿਆਸਤ ਦੇ ਵਿੱਚ ਪਹਿਲਾਂ ਵੀ ਪਿਰਤਾਂ ਰਹੀਆਂ ਕਿ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਬਣੇ ਹੋਏ ਲੋਕ ਜਿਹੜੇ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੁਝ ਛੱਡ ਕੇ ਪਰੇ ਹੁੰਦੇ ਰਹੇ ਆ। ਚਾਹੇ ਉਹ ਪ੍ਰਧਾਨ ਮੰਤਰੀ, ਆਪਾਂ ਗੱਲ ਕਰ ਸਕਦੇ ਹਾਂ ਪੌਲ ਮਾਰਟਨ ਦੀ, ਸਟੀਫਨ ਹਾਰਪਰ ਉਹਨਾਂ ਦੀ, ਕਿ ਜੇ ਆਪਣਾ ਕੰਮ ਇੱਕ ਵਾਰੀ ਕਰ ਲਿਆ, 1-2 ਵਾਰੀ ਪ੍ਰਧਾਨ ਮੰਤਰੀ ਬਣ ਗਏ, ਉਦੋਂ ਬਾਅਦ ਵਿੱਚੋਂ ਲਾਂਭੇ ਹੋ ਜਾਂਦੇ ਆ। ਭਾਰਤ ਜਾਂ ਹੋਰ ਮੁਲਕਾਂ ਵਾਂਗ ਨਹੀਂ ਕਿ ਤੁਹਾਨੂੰ ਫੜ ਕੇ ਲਾਉਣਾ ਪੈਂਦਾ ਜਾਂ ਤੁਸੀਂ ਮੌਤ ਦੇ ਨਾਲ ਹੀ ਕੁਰਸੀ ਛੱਡਦੇ ਆ। ਸੋ ਨਵਦੀਪ ਬੈਂਸ ਨੇ ਵੀ ਉਸ ਪਿਰਤ ਨੂੰ ਅਗਾਂਹ ਤੋਰਿਆ ਆ, ਜਿਹਦੀ ਕਿ ਕਾਫੀ ਸ਼ਲਾਘਾ ਹੋ ਰਹੀ ਆ। ਅਤੇ ਨਵਦੀਪ ਬੈਂਸ ਨੇ ਗੱਲ ਕਰਦੇ ਜਿਹੜੀ ਵਧੀਆ ਗੱਲ ਇਹ ਕਹੀ ਹੈ ਕਿ ਜੇ ਪੁਰਾਣੇ ਸਿਆਸਤਦਾਨ ਪਰੇ ਨਹੀਂ ਹੋਣਗੇ ਤਾਂ ਨਵਿਆਂ ਨੂੰ ਮੌਕਾ ਜਿਹੜਾ ਉਹ ਕਿਵੇਂ ਮਿਲੂਗਾ। ਸੋ ਇਹ ਉਹਨਾਂ ਸਾਰਿਆਂ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਕਿ 4-4, 5-5 ਵਾਰੀ MP ਬਣ ਚੁੱਕੇ ਆ, ਪਰ ਹੱਲੇ ਵੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਛਾ ਹੈਗੀ ਜਾਂ ਕਿ ਅਸੀਂ ਬਣਦੇ ਜਾਈਏ। ਮੈਨੂੰ ਲੱਗਦਾ ਜਿਹਨੇ 4 ਜਾਂ 5 ਟਰਮਾਂ ਦੇ ਵਿੱਚ ਜਿੰਨੀ ਕੁ ਸੇਵਾ ਉਹ ਕਹਿੰਦੇ ਆ ਕਰਨੀ ਹੁੰਦੀ ਹੈ ਕਰ ਚੁੱਕੇ ਆ। ਇਸ ਤੋਂ ਉੱਪਰ ਹੁਣ ਕੁਝ ਹੋ ਨਹੀਂ ਸਕਦਾ। ਨਵੀਂ ਸੋਚ ਨੂੰ, ਨਵੇਂ ਖੂਨ ਨੂੰ ਅੱਗੇ ਆਉਣ ਦਾ ਜਿਹੜਾ ਮੌਕਾ ਉਹ ਦੇਣਾ ਚਾਹੀਦਾ, ਅਤੇ ਨਵਦੀਪ ਬੈਂਸ ਨੇ ਇਹ ਪਿਰਤ ਪਾ ਕੇ ਇੱਕ ਜਿਹੜਾ ਚੰਗਾ ਕੰਮ ਕੀਤਾ ਹੈਗਾ। ਸੋ ਉਹ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਰਹਿਣਗੇ ਅਤੇ ਅਗਾਂਹ ਚੋਣ ਹੈ ਜਿਹੜੀ ਨਹੀਂ ਲੜਨਗੇ। ਅਤੇ ਸ਼ਾਇਦ ਕਿਤੇ ਨਾ ਕਿਤੇ ਹੰਸ ਦੀ ਗੱਲ ਮੈਨੂੰ ਇਹ ਚੇਤੇ ਆ ਰਹੀ ਆ। ਬੀਤੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀਗੇ, ਉਹ ਕਹਿੰਦੇ ਜਦੋਂ ਮੈਂ ਗਾਇਕ ਹੁੰਦਾ ਸੀਗਾ ਤਾਂ ਬੜੀ ਇੱਜ਼ਤ ਹੁੰਦੀ ਸੀ, ਲਾਲ ਗੱਡੀ ਵਾਲੀਆਂ ਬੱਤੀਆਂ ਮੇਰੇ ਅੱਗੇ ਪਿੱਛੇ ਘੁੰਮਦੀਆਂ ਹੁੰਦੀਆਂ ਸੀਗੀਆਂ। ਜਿੱਦਾਂ ਦੇ ਸਿਆਸਤ ਵਿੱਚ ਆਏ ਆ ਉਹਦੇ 'ਚ ਤਾਂ ਗਾਲਾਂ ਨੇ ਜੀ ਅਤੇ ਜਾਂ ਧੱਕੇ ਆ। ਸੋ ਉਹ ਗੱਲ ਜਿਹੜੀ ਆ ਬਿਲਕੁਲ ਮੇਲਾ ਜਿਹੜਾ ਭਰਿਆ ਚੰਗਾ ਹੁੰਦਾ ਛੱਡਣਾ, ਅਤੇ ਨਵਦੀਪ ਬੈਂਸ ਹੋਣੀ ਭਰਿਆ ਮੇਲਾ ਛੱਡ ਕੇ ਜਾ ਰਹੇ ਆ। ਅਤੇ ਜਿਵੇਂ ਉਹ ਕਹਿ ਰਹੇ ਆ ਜੀ ਗੱਲ ਸਹੀ ਹੈਗੀ ਆ, ਅਤੇ ਇੱਕ ਬਹੁਤ ਵਧੀਆ ਪਿਰਤ ਜਿਹੜੀ ਆ ਉਹ ਪਾ ਕੇ ਚੱਲੇ ਹੈਗੇ। ਇਸ ਦੇ ਨਾਲ ਹੀ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਵਦੀਪ ਬੈਂਸ ਹੋਣਾ ਦੀ, ਕੈਨੇਡਾ ਦੇ ਵਿੱਚ ਉਹ ਆਪਣੇ ਆਪ ਛੱਡ ਕੇ ਜਾ ਰਹੇ ਆ ਸਿਆਸਤ। ਦੂਜੇ ਪਾਸੇ ਆਪਾਂ ਗੱਲ ਕਰਾਂਗੇ ਟਰੰਪ ਹੋਣਾ ਦੀ, ਆਪਣੇ ਗੁਆਂਢੀ ਮੁਲਕ ਅਮਰੀਕਾ ਦੇ ਵਿੱਚ, ਜਿੱਥੇ ਕਿ ਉਹਨਾਂ ਨੂੰ ਗੱਦੀਆਂ ਲਾਉਣ ਦੇ ਉੱਤੇ ਪੂਰੇ ਅਮਰੀਕਾ ਦੇ ਵਿੱਚ ਇੱਕ ਵੱਡੀ ਮੁਹਿੰਮ ਚੱਲੀ। ਉਸ ਤੋਂ ਬਾਅਦ ਦੇ ਵਿੱਚ ਚੋਣਾਂ ਦੇ ਵਿੱਚ ਲੋਕਾਂ ਨੇ ਅੜ ਕੇ ਉਹਨਾਂ ਨੂੰ ਹਰਾਇਆ। ਹਰਾਉਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਹਾਰ ਨਹੀਂ ਮੰਨੀ। ਲਗਾਤਾਰ ਉਹ ਕਹਿੰਦੇ ਰਹੇ ਕਿ ਜਿਹੜੀਆਂ ਚੋਣਾਂ ਆ, ਜਿਹਨਾਂ ਦੇ ਨਤੀਜੇ ਉਹਨਾਂ ਦੇ ਨਾਲ ਮੈਂ ਸਹਿਮਤ ਨਹੀਂ, ਇਹ ਰਿਗਡ ਆ, ਇਹਨਾਂ ਵਿੱਚ ਕੰਮ ਜਿਹੜਾ ਆ ਘਪਲੇ ਹੋਏ ਆ।
ਬਾਅਦ ਦੇ ਵਿੱਚ ਇੱਕ ਇੱਕ ਕਰਕੇ ਜਿਹੜੇ ਉਹਨਾਂ ਦੇ ਕਲੇਮ ਸੀਗੇ ਉਹ ਗਲਤ ਸਾਬਤ ਹੋਏ। ਗੱਲ ਇੱਥੇ ਤੱਕ ਆ ਗਈ ਕਿ ਹੁਣ ਕੁਛ ਦਿਨਾਂ ਬਾਅਦ ਹੀ ਜਿਹੜਾ ਆ ਨਵੇਂ ਰਾਸ਼ਟਰਪਤੀ ਨੇ ਜੋ ਬਾਈਡਨ ਉਹਨਾਂ ਨੇ ਸਹੁੰ ਚੱਕ ਕੇ ਤਾਂ ਨਵਾਂ ਰਾਸ਼ਟਰਪਤੀ ਬਣ ਜਾਣਾ। ਇਸ ਦੇ ਦਰਮਿਆਨ ਜਿਹੜੀ ਗੱਲ ਹੈਗੀ ਹੈ ਕਿ ਬੇਸ਼ੱਕ ਇਹ ਸਮਾਂ 7 ਕੁ ਦਿਨ ਦਾ ਹੀ ਆ ਹੁਣ ਵਿਚਾਲੇ, ਪਰ ਫਿਰ ਵੀ ਜਿਹੜੀ ਉਹਨਾਂ ਦੀ ਵਿਰੋਧੀ ਪਾਰਟੀ ਹੈ ਡੈਮੋਕ੍ਰੈਟਿਕ ਪਾਰਟੀ ਆ, ਡੈਮੋਕ੍ਰੈਟਸ ਆ, ਉਹ ਚਾਹੁੰਦੇ ਆ ਕਿ ਜਿਹੜੀਆਂ ਟਰੰਪ ਨੇ ਗਲਤੀਆਂ ਕੀਤੀਆਂ ਉਹਨਾਂ ਦੀ ਸਜ਼ਾ ਮਿਲੇ ਉਹਨਾਂ ਨੂੰ। ਖਾਸ ਕਰਕੇ ਜਿਹੜਾ ਹੁਣ ਰੀਸੈਂਟਲੀ ਕੈਪੀਟਲ ਹਿੱਲ ਦੇ ਉੱਤੇ ਜੋ ਕੁਛ ਹੋਇਆ, ਜਿਵੇਂ ਇੱਕ ਤਰ੍ਹਾਂ ਦੇ ਨਾਲ ਹਿੰਸਕ ਮਾਹੌਲ ਸਿਰਜਿਆ ਗਿਆ, ਉਹ ਲੋਕਾਂ ਨੇ ਅੱਡ ਅੱਡ ਥਾਂ ਤੋਂ ਆ ਕੇ ਜਿਹੜਾ ਖੌਰੂ ਪਾਇਆ, ਹੜਦੰਗ ਮਚਾਇਆ ਉੱਥੇ ਕੈਪੀਟਲ ਹਿੱਲ ਦੇ ਉੱਤੇ, ਉਹਦੇ ਨਾਲ ਅਮਰੀਕਨ ਕਦਰਾਂ ਕੀਮਤਾਂ ਨੂੰ ਠੇਸ ਪੁੱਜੀ ਹੈ। ਇਹ ਗੱਲ ਦੋਨੇ ਡੈਮੋਕ੍ਰੇਟਸ ਅਤੇ ਰਿਪਬਲਿਕਨ ਜਿਹੜੇ ਉਹ ਕਹਿ ਰਹੇ ਆ। ਇਸ ਕਰਕੇ ਟਰੰਪ ਦੇ ਉੱਤੇ ਦੁਬਾਰਾ ਮਹਾਦੋਸ਼ ਚਲਾਉਣ ਦੀ ਜਿਹੜੀ ਇਹ ਗੱਲ ਉਹ ਚੱਲੀ। ਪਹਿਲਾਂ ਜਿਹੜੀ ਆ ਇਸ ਵਾਸਤੇ ਸਹਿਮਤੀ ਮਿਲੀ ਕਿ ਹਾਂ ਮਹਾਦੋਸ਼ ਚਲਾਉਣ ਦੇ ਵਾਸਤੇ, ਇੰਪੀਚਮੈਂਟ ਕਰਨ ਦੇ ਵਾਸਤੇ ਵੋਟਾਂ ਪੈਣੀਆਂ ਚਾਹੀਦੀਆਂ। ਹੁਣ ਅੱਜ ਜਦੋਂ ਕਿ ਵੋਟਾਂ ਪਈਆਂ ਤਾਂ ਵੱਡੇ ਫਰਕ ਦੇ ਨਾਲ ਜਿਹੜਾ ਟਰੰਪ ਉਹਨਾਂ ਦੀ ਹਾਰ ਹੋਈ ਆ ਉਸ ਸਦਨ ਦੇ ਵਿੱਚ, ਜਿੱਥੇ ਡੈਮੋਕ੍ਰੇਟਸ ਨੇ ਟਰੰਪ ਦੇ ਉਲਟ ਵੋਟਾਂ ਪਾਈਆਂ, ਉੱਥੇ 10 ਰਿਪਬਲਿਕਨ ਜਿਹੜੇ ਕਿ ਟਰੰਪ ਦੇ ਖੁਦ ਦੀ ਪਾਰਟੀ ਦੇ ਆਗੂ ਸੀਗੇ ਉਹਨਾਂ ਨੇ ਵੀ ਟਰੰਪ ਦੇ ਉਲਟ ਜਿਹੜੀਆਂ ਜਾ ਕੇ ਵੋਟਾਂ ਪਾਈਆਂ ਉਹਨਾਂ ਦੇ ਉਲਟ ਭੁਗਤੇ ਆ। ਸੋ ਇਹ ਇੱਕ ਇਤਿਹਾਸ ਬਣਿਆ ਕਿ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਜਿਹੜੇ ਕਿ ਦੂਜੀ ਵਾਰੀ ਇਹਨਾਂ ਦੇ ਉੱਤੇ ਮਹਾਦੋਸ਼ ਸਿੱਧ ਹੋਇਆ, ਇੰਪੀਚ ਹੋਏ ਆ। ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਚਾਰਜਸ ਵੀ ਲੱਗ ਸਕਦੇ ਆ। ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਆਰਥਿਕ ਸੰਭਾਵਨਾਵਾਂ, ਆਰਥਿਕ ਜਿਹੜੇ ਉਹਨਾਂ ਦੇ ਘਪਲਿਆਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਉਸ ਸੰਬੰਧ ਦੇ ਵਿੱਚ। ਅਤੇ ਰੀਸੈਂਟਲੀ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਵਾਇਲੈਂਸ ਹੋਇਆ ਉਹਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਜਾਨ ਗਈ ਆ, ਉਹਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਮੰਗ ਕਰ ਰਹੀਆਂ ਕਿ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜ ਜਿਹੜੇ ਲੱਗਣੇ ਚਾਹੀਦੇ ਆ। ਸੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂਗਾ। ਪਰ ਇੱਕ ਗੱਲ ਜ਼ਰੂਰ ਆ ਕਿ ਅਮਰੀਕਾ ਦੇ ਵਿੱਚ ਟਰੰਪ ਦਾ ਜਿਹੜਾ ਕਾਲ ਆ ਉਹ ਹਾਲ ਦੀ ਘੜੀ ਖਤਮ ਹੋ ਚੁੱਕਾ। ਹਾਲਾਂਕਿ ਜਿਹੜੇ ਉਹਨਾਂ ਦੇ ਸਪੋਰਟਰ ਆ ਉਹ ਹਾਲੇ ਵੀ ਉਹਨਾਂ ਦੇ ਨਾਲ ਪੂਰੇ ਸਹਿਮਤ ਆ। ਉਹਨਾਂ ਨੂੰ ਲੱਗਦਾ ਕਿ ਟਰੰਪ ਜਿੱਥੇ ਅਮਰੀਕਾ ਨੂੰ ਲਿਜਾ ਸਕਦਾ ਸੀਗਾ ਉੱਥੇ ਜੋ ਬਾਈਡਨ ਜਾਂ ਕਮਲਾ ਹੈਰਿਸ ਨਹੀਂ ਲਿਜਾ ਸਕਦੇ। ਟਰੰਪ ਜੋ ਮਰਜ਼ੀ ਸੀਗਾ, ਉਹਦੀਆਂ ਆਦਤਾਂ ਜੋ ਮਰਜ਼ੀ ਸੀਗੀਆਂ, ਉਹਦੀ ਬੋਲਬਾਣੀ ਜੋ ਮਰਜ਼ੀ ਸੀਗੀ, ਉਹ ਅਮਰੀਕਨ ਹਿੱਤਾਂ ਦੇ ਵਾਸਤੇ ਬਹੁਤ ਚੰਗਾ ਸੀਗਾ। ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਜਿਹੜੇ ਉਹ ਟਰੰਪ ਦੇ ਵਿਰੋਧੀ ਆ, ਉਹ ਕਹਿੰਦੇ ਵੀ ਨਹੀਂ, ਟਰੰਪ ਨੇ ਅਮਰੀਕਨ ਕਦਰਾਂ ਕੀਮਤਾਂ ਦਾ ਘਾਣ ਕੀਤਾ ਆ, ਉਹਨੇ ਇੱਥੇ ਭਾਈਚਾਰੇ ਨੂੰ ਆਪਸ ਵਿੱਚ ਵੰਡਿਆ ਹੈਗਾ, ਰੰਗਦਾਰ ਲੋਕਾਂ ਨੂੰ ਨੀਵਾਂ ਦਿਖਾਇਆ ਆ। ਸੋ ਇਸ ਕਰਕੇ ਉਹਦਾ ਜਾਣਾ ਵੀ ਬਣਦਾ ਹੈ ਅਤੇ ਉਹਦੇ ਉੱਤੇ ਅਪਰਾਧਕ ਚਾਰਜ ਜਿਹੜੇ ਉਹ ਵੀ ਲੱਗਣੇ ਚਾਹੀਦੇ ਆ। ਅੱਜ ਜਦੋਂ ਇਹ ਇੰਪੀਚਮੈਂਟ ਦੀ ਕਾਰਵਾਈ ਚੱਲ ਰਹੀ ਸੀਗੀ ਤਾਂ ਪਿਛਲੇ ਹਫ਼ਤੇ 'ਚ ਹੋਈ ਹਿੰਸਾ ਦੇ ਮੱਦੇ ਨਜ਼ਰ ਬਹੁਤ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਵਧਾਈ ਗਈ ਸੀ। ਵਾਸ਼ਿੰਗਟਨ DC ਦੇ ਵਿੱਚ ਹਜ਼ਾਰਾਂ ਨੈਸ਼ਨਲ ਗਾਰਡ ਜਿਹੜੇ ਆ ਤਾਇਨਾਤ ਕੀਤੇ ਗਏ ਸੀਗੇ। ਸੈਂਕੜੇ ਨੈਸ਼ਨਲ ਗਾਰਡ ਕੈਪੀਟਲ ਹਿੱਲ ਦੇ ਉੱਤੇ ਤੈਨਾਤ ਸੀ ਕਿ ਕਿਤੇ ਪਿਛਲੇ ਹਫ਼ਤੇ ਵਾਂਗੂ ਕਾਰਵਾਈ ਨਾ ਹੋ ਜਾਵੇ, ਲੋਕੀ ਫਿਰ ਨਾ ਕਿਤੇ ਆ ਜਾਣ। ਸੋ ਪੂਰੀ ਦੁਨੀਆ ਜਿਹੜੀ ਹੈ ਇਸ ਮੰਜ਼ਰ ਨੂੰ ਦੇਖ ਰਹੀ ਸੀਗੀ ਅਤੇ ਦੇਖ ਰਹੀ ਸੀ ਕਿ ਅਮਰੀਕਾ ਦੇ ਵਿੱਚ ਇੱਕ ਰਾਸ਼ਟਰਪਤੀ ਜਿਹੜਾ ਕਿ ਕੁਝ ਦਿਨ ਪਹਿਲਾਂ ਇੰਨਾ ਪਾਵਰਫੁੱਲ ਸੀਗਾ, ਉਹ ਕਿਸ ਤਰ੍ਹਾਂ ਬੇਇੱਜ਼ਤ ਕਰਕੇ ਘਰ ਨੂੰ ਤੋਰਿਆ ਜਾ ਰਿਹਾ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ। ਸੋਸ਼ਲ ਮੀਡੀਆ ਉੱਤੇ ਇੱਕ ਤਰ੍ਹਾਂ ਦਾ ਭੁਚਾਲ ਆਇਆ ਹੋਇਆ। WhatsApp ਨੇ ਜਿਉਂ ਹੀ ਆਪਣੀ ਪੋਲਿਸੀ ਦੀ ਜਿਹੜੀ ਗੱਲਬਾਤ ਕੀਤੀ ਆ ਕਿ ਅਸੀਂ ਜਿਹੜਾ ਡਾਟਾ ਹੈਗਾ ਉਹ ਫੇਸਬੁੱਕ ਨੂੰ ਆਪਣਾ ਦਿਆ ਕਰਨਾ ਆ, ਉਸ ਤੋਂ ਬਾਅਦ ਇੱਕ ਮੈਸੇਜ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਿਆ ਕਿ WhatsApp ਤਾਂ ਹੁਣ ਸਾਰਾ ਕੁਛ ਜਿਹੜਾ ਹੈ ਆਪਣਾ ਡਾਟਾ, ਲੋਕਾਂ ਦਾ ਪ੍ਰਾਈਵੇਸੀ ਆ, ਉਹ ਲੀਕ ਕਰ ਦਿਆ ਕਰੂਗੀ। ਉਸ ਤੋਂ ਬਾਅਦ ਲੋਕਾਂ ਨੇ ਵੱਡੀ ਪੱਧਰ ਦੇ ਉੱਤੇ ਹੋਰ ਐਪਸ ਜਿਹੜੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਦੇ ਵਿੱਚ ਟੈਲੀਗ੍ਰਾਮ ਅਤੇ ਸਿਗਨਲ ਮੁੱਖ ਤੌਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ। ਸੋ ਜਿਹੜੀ WhatsApp ਆ, ਇਹ ਗੱਲ ਸਮਝਣ ਦੀ ਲੋੜ ਆ ਕਿ ਜਿੰਨੀਆਂ ਵੀ ਮੋਸਟਲੀ ਐਪਸ ਹੁੰਦੀਆਂ ਜਾਂ ਅੱਜ ਕੱਲ੍ਹ ਜੋ ਟੈਕਨੋਲੋਜੀ ਚੱਲ ਰਹੀ ਆ, ਇਹ ਤੁਹਾਡਾ ਡਾਟਾ ਹੀ ਚੋਰੀ ਕਰਦੇ ਆ। ਡਾਟਾ ਚੋਰੀ ਕਰਕੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਉਹਨਾਂ ਨੇ ਅਕਾਊਂਟ 'ਚੋਂ ਪੈਸੇ ਕੱਢ ਲੈਣੇ ਆ। ਉਹ ਹੈਕਰ ਹੁੰਦੇ ਆ ਜਿਹੜੇ ਛੋਟੇ ਪੱਧਰ 'ਤੇ ਕਰਦੇ ਆ, ਜਾਂ ਤੁਹਾਡੀ ਕੋਈ ਜਿਹੜੀ ਗੱਲਬਾਤ ਹੋ ਰਹੀ ਆ ਜਾਂ ਤੁਸੀਂ ਵੀਡੀਓ ਜਾਂ ਫੋਟੋਜ਼ ਇੱਕ ਦੂਜੇ ਨੂੰ ਕਿਸੇ ਨੂੰ ਭੇਜ ਰਹੇ ਆ, ਉਹ ਉਹਨਾਂ ਨੇ ਤੁਹਾਨੂੰ ਬਲੈਕਮੇਲ ਕਰਨਾ ਹੁੰਦਾ ਜਾਂ ਉਹ ਯੂਜ਼ ਕਰਨੀਆਂ ਹੁੰਦੀਆਂ। ਅਜਿਹਾ ਨਹੀਂ ਹੁੰਦਾ। ਉਹਨਾਂ ਨੇ ਡਾਟਾ ਤੁਹਾਡਾ ਇਹ ਦੇਖਣਾ ਹੁੰਦਾ ਕਿ ਤੁਸੀਂ ਕਰਦੇ ਕੀ ਆ, ਕਿੱਥੇ ਜਾਂਦੇ ਆ, ਤੁਹਾਡੀਆਂ ਆਦਤਾਂ ਕੀ ਆ, ਤੁਸੀਂ ਸ਼ੋਪਿੰਗ ਕਿਹੋ ਜਿਹੀ ਕਰਦੇ ਆ, ਖਾਂਦੇ ਪੀਂਦੇ ਕੀ ਆ, ਤਾਂ ਕਿ ਉਹ ਜਿਹੜਾ ਡਾਟਾ ਆ ਵੱਡੀਆਂ ਕੰਪਨੀਆਂ ਨੂੰ ਦੇ ਸਕਣ ਅਤੇ ਤੁਹਾਨੂੰ ਉਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਆ ਸਕੇ। ਜਦੋਂ WhatsApp ਬਣਾਉਣ ਵਾਲਿਆਂ ਨੇ WhatsApp ਵੇਚੀ ਸੀਗੀ ਫੇਸਬੁੱਕ ਨੂੰ, ਤਾਂ ਉਹਨਾਂ ਨੇ ਇੱਕ ਸਪੈਸ਼ਲ ਜਿਹੜੀ ਵਿੱਚ ਇਹ ਮੱਦ ਲਿਖਾਈ ਸੀਗੀ ਕਿ WhatsApp ਕਦੀ ਵੀ ਆਪਣਾ ਇਹ ਜਿਹੜਾ ਡਾਟਾ ਆ, ਮੋਨੇਟਾਈਜੇਸ਼ਨ ਆ, ਇਹ ਨਹੀਂ ਕਰੂਗੀ, ਇਹ ਇਸ਼ਤਿਹਾਰਬਾਜ਼ੀ ਦੇ ਵਾਸਤੇ ਨਹੀਂ ਵਰਤਿਆ ਜਾਊਗਾ। ਪਰ ਹੁਣ ਉਹ ਬੰਦੇ ਨਿਕਲ ਚੁੱਕੇ ਆ ਉੱਥੋਂ। ਉਹਨਾਂ ਨੇ ਅਗਾਂਹ ਜਾ ਕੇ ਆਪਣੀ ਪਹਿਲਾਂ ਟੈਲੀਗ੍ਰਾਮ ਦੇ ਨਾਲ ਥੋੜ੍ਹਾ ਜਿਹਾ ਕੰਮ ਕੀਤਾ, ਫਿਰ ਸਿਗਨਲ ਐਪ ਬਣਾਈ ਆ। ਸੋ ਜਦੋਂ WhatsApp ਨੇ ਕੀਤਾ ਤਾਂ ਲੋਕਾਂ ਨੂੰ ਇਹ ਲੱਗਿਆ ਕਿ ਸਾਡੀ ਪ੍ਰਾਈਵੇਸੀ ਜਿਹੜੀ ਆ ਵੱਡੇ ਪੱਧਰ 'ਤੇ ਖਤਰੇ ਵਿੱਚ ਚਲੀ ਗਈ ਆ। ਸੋ ਦੋ ਹੋਰ ਐਪਸ ਵੱਲ ਜਿਹੜੇ ਆਕਰਸ਼ਿਤ ਹੋ ਗਏ, ਉੱਧਰ ਨੂੰ ਜਾ ਰਹੇ ਆ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਆਮ ਬੰਦਾ ਜਿਹੜਾ ਕਿਸੇ ਦੇ ਨਾਲ ਉਹਦਾ ਲੈਣਾ ਦੇਣਾ ਨਹੀਂ, ਜਿਹਨੇ ਕੋਈ ਗੁਪਤ ਗੱਲ ਨਹੀਂ ਕਰਨੀ ਹੈਗੀ,
ਉਹਨੂੰ WhatsApp ਤੋਂ ਕੋਈ ਖਤਰਾ ਨਹੀਂ ਹੈਗਾ। ਹਾਂ ਇੰਨਾ ਗੱਲ ਜ਼ਰੂਰ ਹੈਗੀ ਆ ਕਿ ਜਿਵੇਂ ਭਾਰਤ ਵਰਗੇ ਮੁਲਕ ਆ ਉੱਥੇ ਹੁਣ ਜਿਹੜੀ ਫੇਸਬੁੱਕ ਆ ਜਿਹੜੀ ਕਿ WhatsApp ਦੀ ਪੇਰੈਂਟ ਕੰਪਨੀ ਆ ਉਹ ਜੀਓ ਦੇ ਨਾਲ ਹਿੱਸੇਦਾਰੀ ਵਿੱਚ ਆ, ਅੰਬਾਨੀ ਉਹਨਾਂ ਦੇ ਨਾਲ, ਅੰਬਾਨੀ ਉਹਨਾਂ ਦੀ ਮੋਦੀ ਉਹਨਾਂ ਦੇ ਨਾਲ ਗਾਂਹ ਪੂਰੀ ਜਾ ਰਹੀ ਆ ਕਿ ਕਿਤੇ ਇਹੋ ਜਿਹੀ ਗੱਲ ਨਾ ਹੋਵੇ ਕਿ ਲੋਕਾਂ ਦਾ ਜਿਹੜਾ ਡਾਟਾ ਸਿੱਧਾ ਫੋਰਸਿਸ ਨੂੰ ਜਾਂ ਸਿਕਿਉਰਿਟੀ ਏਜੰਸੀਜ਼ ਨੂੰ ਜੀਓ ਵਾਲੇ ਜਾਂ ਅੰਬਾਨੀ ਹੁਣੀ ਦੇ ਦੇਣ। ਹਾਲਾਂਕਿ WhatsApp ਇਸ ਗੱਲ ਤੋਂ ਵਾਰ-ਵਾਰ ਕਹਿ ਰਹੀ ਹੈ ਕਿ ਅਜਿਹਾ ਨਹੀਂ ਹੋਊਗਾ, ਪਰ ਉਹਨਾਂ ਦੀ ਗੱਲ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਬੀਤੇ ਦੇ ਵਿੱਚ ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਖੁਲਾਸੇ ਕੀਤੇ ਆ ਅਮਰੀਕਨ ਕਾਂਗਰਸ ਦੇ ਸਾਹਮਣੇ, ਉਹ ਬਹੁਤ ਝੂਠ ਬੋਲਦੇ ਰਹੇ ਆ। ਹੁਣ ਜਦੋਂ ਆਪਾਂ ਕੋਈ ਫੋਨ ਲੈਂਦੇ ਹਾਂ, ਚਾਹੇ ਆਪਾਂ ਐਪਲ ਦਾ ਫੋਨ ਲੈ ਲਿਆ, ਸੈਮਸੰਗ ਦਾ ਲੈ ਲਿਆ ਜਾਂ ਕੋਈ ਹੋਰ, ਆਪਾਂ ਜਿਹੜੀਆਂ ਟਰਮਸ ਪੜ੍ਹਦੇ ਨਹੀਂ, ਛੋਟੇ ਛੋਟੇ ਅੱਖਰ ਜਿਹੜੇ ਬਰੀਕ ਅੱਖਰ ਹੁੰਦੇ, ਐਗਰੀਮੈਂਟ ਹੁੰਦੇ ਆ, ਉਹ ਆਈ ਐਗਰੀ ਕਰਕੇ ਆਪਾਂ ਗਾਂਹ ਤੋੜ ਦਿੰਦੇ ਹਾਂ। ਇਸ ਤਰ੍ਹਾਂ ਆਪਾਂ ਜਦੋਂ ਫੇਸਬੁੱਕ ਚਲਾਉਂਦੇ ਹਾਂ, ਸਨੈਪਚੈਟ ਆ, ਇੰਸਟਾਗ੍ਰਾਮ ਆ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਐਪਸ ਹੈਗੀਆਂ ਆ ਉਹ ਵਰਤਦੇ ਆ, ਮੈਸੇਂਜਰ ਵਰਤਦੇ ਆ, ਆਲਰੇਡੀ ਆਪਣਾ ਡਾਟਾ ਜਿਹੜਾ ਜਾ ਰਿਹਾ ਆ ਇਹ। ਸੋ ਜੇ WhatsApp ਰਾਹੀਂ ਵੀ ਚੱਲ ਜਾਊਗਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਸੋ ਉਹ ਪਹਿਲਾਂ ਹੀ ਜਾ ਰਿਹਾ ਆ। ਜਿਹੜਾ ਬੰਦਾ ਤਕਰੀਬਨ ਫੋਨ ਵਰਤ ਰਿਹਾ ਆ ਜਾਂ ਘਰ ਦੇ ਵਿੱਚ ਇਲੈਕਟ੍ਰੋਨਿਕ ਡਿਵਾਈਸਿਸ ਵਰਤ ਰਿਹਾ ਆ, ਉਹਦੀ ਗੱਲਬਾਤ ਸੁਣੀ ਵੀ ਜਾ ਰਹੀ ਹੈ, ਕਿਤੇ ਨਾ ਕਿਤੇ ਰਿਕਾਰਡ ਵੀ ਹੋ ਰਹੀ ਆ। ਇਹ ਗੱਲਾਂ ਪੱਕੀਆਂ ਆ। ਇਹਦੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਸਪੈਸ਼ਲੀ ਤੌਰ 'ਤੇ ਸਨੋਡਨ ਜਿਹੜੀ ਆ ਨੈਟਫਲਿਕਸ 'ਤੇ ਪਈ ਆ, ਉਹ ਵੀ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਡਾਟਾ ਚੋਰੀ ਹੁੰਦਾ। ਸੋ ਉਹ ਤੋਂ ਜਿਹੜਾ ਬਚਣਾ ਥੋੜ੍ਹਾ ਜਿਹਾ ਔਖਾ ਆ, ਪਰ ਫਿਰ ਵੀ ਕੁਝ ਜਿਹੜੀਆਂ ਐਪਸ ਜਿਵੇਂ ਮੈਂ ਕਿਹਾ ਕਿ ਇਹ ਕਹਿ ਰਹੀਆਂ ਕਿ ਅਸੀਂ ਘੱਟ ਜਿਹੜਾ ਡਾਟਾ ਆ ਉਹ ਲੀਕ ਕਰਦੇ ਹਾਂ। ਪਹਿਲਾਂ ਗੱਲ ਕਰੀਏ ਆਪਾਂ ਟੈਲੀਗ੍ਰਾਮ ਦੀ। ਟੈਲੀਗ੍ਰਾਮ ਜਿਹੜੀ ਐਪ ਹੈਗੀ ਆ ਇਹ ਇੰਨੀ ਸਿਕਿਉਰ ਨਹੀਂ, WhatsApp ਨੂੰ ਥੋੜ੍ਹੀ ਜਿਹੀ ਸਿਕਿਉਰ ਆ, ਪਰ ਇਹਦੇ ਵਿੱਚ ਫਾਇਦਾ ਇਹ ਆ ਕਿ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਜਿੰਨੇ ਵਾਰੀ ਮਰਜ਼ੀ ਅਗਾਂਹ ਭੇਜ ਸਕਦੇ ਆ, ਜਦੋਂ ਕਿ WhatsApp ਦੇ ਉੱਤੇ ਤੁਸੀਂ 5 ਵਾਰੀ ਫਾਰਵਰਡ ਕਰ ਸਕਦੇ ਆ। ਇਸੇ ਤਰ੍ਹਾਂ ਵੀਡੀਓ ਦੇ ਉੱਤੇ ਲਿਮਿਟ ਹੈ WhatsApp ਦੇ ਉੱਤੇ ਕਿ ਤੁਸੀਂ ਐਡੀ ਹੀ ਵੀਡੀਓ ਭੇਜ ਸਕਦੇ ਆ। ਟੈਲੀਗ੍ਰਾਮ ਦੇ ਉੱਤੇ ਵੱਡੀ ਤੋਂ ਵੱਡੀ ਜਿਹੜੀ ਹੈ ਵੀਡੀਓ ਭੇਜੀ ਜਾ ਸਕਦੀ ਆ। WhatsApp 'ਤੇ ਤੁਸੀਂ ਗਰੁੱਪ ਬਣਾਉਣਾ, ਉਹਦੇ ਵਿੱਚ ਸ਼ਾਇਦ 250 ਬੰਦੇ ਐਡ ਕਰ ਸਕਦੇ ਆ, ਲਿਮਿਟ ਹੈ ਉਹਦੇ ਉੱਤੇ। ਅਤੇ ਟੈਲੀਗ੍ਰਾਮ ਦੇ ਵਿੱਚ ਤੁਸੀਂ ਹਜ਼ਾਰਾਂ ਬੰਦੇ ਜਿਹੜੇ ਐਡ ਕਰ ਸਕਦੇ ਆ। ਜਿਨ੍ਹਾਂ ਲੋਕਾਂ ਨੇ ਇਸ ਕਾਰਜ ਵਾਸਤੇ ਯੂਜ਼ ਕਰਨੀਆਂ ਚੀਜ਼ਾਂ, ਉਹਦੇ ਟੈਲੀਗ੍ਰਾਮ ਬੈਟਰ ਆ। ਪਰ ਜੇ ਲੱਗਦਾ ਕਿ ਸਾਡੀ ਗੱਲ ਬਿਲਕੁਲ ਹੀ ਕਿਤੇ ਨਾ ਸੁਣੇ ਤਾਂ ਉਹ ਸਿਗਨਲ ਜਿਹੜੀ ਐਪ ਆ ਉਹ ਜ਼ਰੂਰ ਵਰਤਣੀ ਚਾਹੀਦੀ ਆ। ਪੰਜਾਬ ਦੇ ਬਹੁਤ ਸਾਰੇ ਪੱਤਰਕਾਰ ਜਿਹੜੇ ਬਾਹਰਲੇ ਪੱਤਰਕਾਰ ਆ 2018 ਤੋਂ ਜਦੋਂ ਤੋਂ ਇਹ ਐਪ ਆਈ ਆ ਉਦੋਂ ਤੋਂ ਗੱਲਬਾਤ ਲਈ ਵਰਤ ਰਹੇ ਆ। ਉਹਦਾ ਵੱਡਾ ਕਾਰਨ ਇਹ ਹੈ ਕਿ ਇਹ ਐਂਡ ਟੂ ਐਂਡ ਇਨਕ੍ਰਿਪਟਡ ਹੈਗੀ ਆ ਅਤੇ ਇਹ ਕਿਤੇ ਵੀ ਸਰਵਰ ਦੇ ਵਿੱਚ ਤੁਹਾਡੀ ਗੱਲਬਾਤ ਜਿਹੜੀ ਕੀਤੀ ਜਾਂਦੀ ਆ ਜਾਂ ਤੁਸੀਂ ਮੈਸੇਜ ਭੇਜਦੇ ਆ ਉਹ ਰਿਕਾਰਡ ਨਹੀਂ ਹੁੰਦਾ। ਇਸ ਨੂੰ ਬਣਾਉਣ ਦਾ ਮਕਸਦ ਹੀ ਇਹ ਸੀਗਾ। ਜਿਹੜੇ ਨੌਜਵਾਨ ਜਿਨ੍ਹਾਂ ਨੇ ਇਹ WhatsApp ਤਿਆਰ ਕੀਤੀ ਸੀ, ਵਿੱਚ ਹੋਰ ਫਿਰ ਉਹਨਾਂ ਨੇ ਫੇਸਬੁੱਕ ਨਾਲ ਕੰਮ ਕੀਤਾ ਜਾਂ ਉਸ ਤੋਂ ਬਾਅਦ ਟੈਲੀਗ੍ਰਾਮ ਦੇ ਨਾਲ ਕੰਮ ਕੀਤਾ, ਫਿਰ ਸਿਗਨਲ ਫਾਊਂਡੇਸ਼ਨ ਬਣਾਈ। ਜਿਹੜੀ ਸਿਗਨਲ ਫਾਊਂਡੇਸ਼ਨ ਬਣਾਈ ਹੈ ਇਹ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਲੋਕਾਂ ਦੀ ਡੋਨੇਸ਼ਨ ਨਾਲ ਚੱਲਦੀ ਆ। ਈਵਨ ਤੁਸੀਂ ਸਿਗਨਲ ਐਪ ਜਦੋਂ ਡਾਊਨਲੋਡ ਕਰਦੇ ਆ ਤਾਂ ਵੀ ਸੈਟਿੰਗਸ ਦੇ ਵਿੱਚ ਉਹ ਡੋਨੇਸ਼ਨ ਦਾ ਸਾਈਨ ਆਉਂਦਾ ਆ। ਸੋ ਇਹਦਾ ਮਨੋਰਥ ਜਿਹੜਾ ਇਹ ਦੱਸਿਆ ਗਿਆ ਕਿ ਪੈਸਾ ਕਮਾਉਣਾ ਨਹੀਂ, ਪੈਸਾ ਉਹਨਾਂ ਲੋਕਾਂ ਨੇ ਜਿਹਨਾਂ ਨੇ ਬਣਾਈਆਂ ਉਹਨਾਂ ਕੋਲ ਪਹਿਲਾਂ ਹੀ ਬਹੁਤ ਸੀਗਾ। ਉਹ ਕਹਿੰਦੇ ਅਸੀਂ ਇਹ ਚਾਹੁੰਦੇ ਹਾਂ ਕਿ ਲੋਕਾਂ ਦੀ ਜਿਹੜੀ ਪ੍ਰਾਈਵੇਸੀ ਆ, ਕਿਉਂਕਿ ਉਹ ਵਿੱਚ ਹੈਗਾ, ਉਹਨਾਂ ਨੂੰ ਪਤਾ ਵੀ ਪ੍ਰਾਈਵੇਸੀ ਕਿਵੇਂ ਚੋਰੀ ਕੀਤੀ ਜਾ ਰਹੀ ਆ, ਵੀ ਅਸੀਂ ਉਹ ਸੇਵ ਕਰਨੀ ਚਾਹੁੰਦੇ ਹਾਂ ਅਤੇ ਭਵਿੱਖ ਦੇ ਵਿੱਚ ਹੋਰ ਵੀ ਇਹੋ ਜਿਹੇ ਪ੍ਰੋਡਕਟ ਜਿਹੜੇ ਲੈ ਕੇ ਆਉਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਨਾਲ ਕਿ ਲੋਕਾਂ ਦੀ ਪ੍ਰਾਈਵੇਸੀ ਸੇਵ ਰਹੇ। ਸੋ ਤੁਹਾਡੇ ਕੋਲ ਅੱਡ ਹੁਣ ਹੈਗੀਆਂ ਕਿ ਜੇ ਤੁਸੀਂ ਬਹੁਤ ਲੱਗਦਾ ਕਿ ਕਿਤੇ ਸਰਕਾਰਾਂ ਦੇ ਉਲਟ ਚੋਰੀ ਗੱਲਾਂ ਕਰਦੇ ਆ, ਗੁਪਤ ਗੱਲਾਂ ਕਰਦੇ ਜਿਹੜੀਆਂ ਕਿ ਨਹੀਂ ਪਤਾ ਲੱਗਣੀਆਂ ਚਾਹੀਦੀਆਂ, ਤਾਂ ਸਿਗਨਲ ਜਿਹੜੀ ਸਭ ਤੋਂ ਵੱਧ ਸੇਫ ਆ। ਵੱਡੀਆਂ ਫਾਈਲਾਂ ਭੇਜਣੀਆਂ, ਵੱਧ ਲੋਕਾਂ ਨੂੰ ਭੇਜਣੀਆਂ, ਜਲਦੀ ਭੇਜਣੀਆਂ, ਟੈਲੀਗ੍ਰਾਮ ਸਭ ਤੋਂ ਬੈਸਟ ਆ। ਨਹੀਂ ਤਾਂ WhatsApp ਜਿਹੜੀ ਉਹ ਵੀ ਆਮ ਬੰਦੇ ਲਈ ਕੋਈ ਏਡੀ ਖਤਰਨਾਕ ਨਹੀਂ ਹੈਗੀ, ਕਿਉਂਕਿ ਆਮ ਬੰਦਾ ਜਿਹੜਾ ਇੰਨਾ ਕੋਈ ਗਲਤ ਕੰਮ ਨਹੀਂ ਕਰਦਾ ਜਾਂ ਕੋਈ ਗੁਪਤ ਗੱਲ ਨਹੀਂ ਕਰਦਾ। ਮੇਰੇ ਇੱਕ ਦੋਸਤ ਆ, ਉਹ ਬੜੇ ਘਬਰਾਏ ਹੋਏ ਸੀਗੇ ਅਤੇ ਉਹ ਇੱਕ ਸਟੋਰ ਦੇ ਉੱਤੇ ਕੰਮ ਕਰ ਰਹੇ ਆ ਅਤੇ ਕਹਿੰਦੇ ਵੀ ਮੇਰੇ ਲਈ ਇਹ ਸਿਗਨਲ ਐਪ ਸੇਫ ਆ। ਤਾਂ ਮੇਰਾ ਉਹਨਾਂ ਨੂੰ ਇਹੀ ਜਵਾਬ ਸੀਗਾ ਵੀ ਤੁਸੀਂ ਬਹੁਤੇ 5 ਵਰਡ ਨਹੀਂ ਹੈਗੇ ਵੀ ਜਿਹੜਾ ਤੁਹਾਨੂੰ ਐਡਾ ਡਰ ਹੋਵੇ, ਇਹ ਤੁਹਾਨੂੰ ਕੋਈ ਇਹਦਾ ਖਤਰਾ ਨਹੀਂ ਹੈਗਾ। ਸੋ ਜਿਹੜੇ ਲੋਕਾਂ ਨੂੰ ਖਤਰਾ ਹੈਗਾ ਉਹ ਪਹਿਲਾਂ ਹੋਰ ਬਹੁਤ ਸਾਧਨਾਂ ਰਾਹੀਂ ਜਿਹੜੀ ਆਪਣੀ ਕਮਿਊਨੀਕੇਸ਼ਨ ਕਰਦੇ ਆ, ਪਰ ਫਿਰ ਵੀ ਇੱਕ ਡਰ ਹੈਗਾ। ਹਰੇਕ ਬੰਦੇ ਦੀ ਮਾਨਸਿਕ ਸਮਰੱਥਾ ਹੈਗੀ ਆ ਡਰ ਝੱਲਣ ਦੀ। ਸੋ ਜਿੱਥੇ ਕਿ ਤੁਸੀਂ ਕੰਫਰਟ ਫੀਲ ਕਰਦੇ ਆ ਉੱਥੇ ਜਿਹੜਾ ਆ ਉਹ ਐਪ ਜਿਹੜੀ ਆ ਯੂਜ਼ ਕਰ ਸਕਦੇ ਆ। ਗੱਲ ਕਰਦੇ ਆ ਸੁਪਰੀਮ ਕੋਰਟ ਦੀ। ਭਾਰਤੀ ਸੁਪਰੀਮ ਕੋਰਟ ਜਿਹਨੇ ਕਿ ਇੱਕ ਦਿਨ ਪਹਿਲਾਂ ਇੱਕ ਐਲਾਨ ਕਰ ਦਿੱਤਾ ਕਿ ਅਸੀਂ ਜਿਹੜੇ ਕਾਨੂੰਨ ਆ ਉਹ ਹੋਲਡ 'ਤੇ ਪਾਉਣੇ ਆ, ਜਿਹੜੇ ਖੇਤੀ ਬਿੱਲ ਹੈਗੇ ਆ। ਸੋ ਇੱਕ ਠੀਕ ਫੈਸਲਾ ਸੀਗਾ ਕਿ ਖੇਤੀ ਬਿੱਲ ਜਿਹੜੇ ਆ ਹੋਲਡ 'ਤੇ ਪਾਤੇ, ਪਰ ਇਹ ਫੋਲਡ ਹੋਣੇ ਚਾਹੀਦੇ ਸੀ, ਮਤਲਬ ਕਿ ਰੱਦ ਹੋਣੇ ਚਾਹੀਦੇ ਸੀਗੇ। ਸੋ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਹ ਰਾਹਤ ਜਿਹੜੀ ਸੀ ਇਸ ਤਰ੍ਹਾਂ ਦੀ ਸੀਗੀ ਕਿ ਗੁੜ ਦੇ ਵਿੱਚ ਲਪੇਟ ਕੇ ਕਨੈਣ ਦੇਣ ਵਾਲੀ ਗੱਲ ਸੀ। ਨਾਲ ਇੱਕ ਕਮੇਟੀ ਬਣਾ ਦਿੱਤੀ ਗਈ ਅਤੇ ਕਮੇਟੀ ਦੇ ਵਿੱਚ 4 ਜਾਣੇ ਉਹ ਪਾਏ ਗਏ ਜਿਹੜੇ ਕਿ ਪਹਿਲਾਂ ਹੀ ਇਹਨਾਂ ਖੇਤੀ ਬਿੱਲਾਂ ਦਾ ਸਮਰਥਨ ਕਰ ਚੁੱਕੇ ਆ, ਹਮਾਇਤ ਕਰ ਚੁੱਕੇ ਆ ਅਤੇ ਖੁੱਲ੍ਹੇਆਮ ਮੋਦੀ ਸਰਕਾਰ ਦੀ ਸਿਫਤ ਕਰ ਚੁੱਕੇ ਆ। ਸੋ ਜਿਉਂ ਹੀ ਇਹ ਗੱਲ ਕਿਸਾਨਾਂ ਦੇ ਵਿੱਚ ਆਈ ਆ ਅਤੇ ਕਿਸਾਨਾਂ ਨੇ ਨਾਲ ਹੀ ਇਹ ਕਮੇਟੀ ਜਿਹੜੀ ਆ ਉਹ ਨਕਾਰ ਦਿੱਤੀ ਹੈ ਕਿ ਸਾਨੂੰ ਇਹ ਕਮੇਟੀ ਬਿਲਕੁਲ ਵੀ ਮਨਜ਼ੂਰ ਨਹੀਂ ਹੈਗੀ।
ਤੇ ਹੁਣ ਇਸ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਸਾਨ ਆਗੂਆਂ ਨੇ ਬਿਲਕੁਲ ਨਕਾਰ ਦਿੱਤਾ ਤੇ ਆਮ ਲੋਕ ਜਿਹੜੇ ਉਹ ਵੀ ਇਹੀ ਸਮਝ ਰਹੇ ਆ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਰਾਹੀਂ ਇੱਕ ਬਹੁਤ ਹੀ ਨੀਚ ਤੇ ਘਟੀਆ ਹਰਕਤ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਖੇਡੀ ਆ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਸਮਝਣ ਤੋਂ, ਸਰਕਾਰ ਦੀ ਚਾਲ ਨੂੰ ਸਮਝਣ ਤੋਂ ਅਸਮਰੱਥ ਆ। ਉਹਨਾਂ ਨੂੰ ਇਹ ਲੱਗੀ ਜਾਂਦਾ ਕਿ ਦੇਖੋ ਜੀ, ਕਿਸਾਨ ਤਾਂ ਜਿਹੜੇ ਆ ਸਰਕਾਰ ਦੀ ਵੀ ਨਹੀਂ ਮੰਨਦੇ, ਹੁਣ ਸੁਪਰੀਮ ਕੋਰਟ ਨੇ ਜਿਹੜੀ ਗੱਲ ਵਿੱਚ ਵਿਚਾਲੇ ਆ ਕੇ ਕੀਤੀ ਹੈ ਉਹਦੀ ਵੀ ਨਹੀਂ ਮੰਨ ਰਹੇ, ਕਿਤੇ ਨਾ ਕਿਤੇ ਕਿਸਾਨ ਗਲਤ ਆ। ਜਦੋਂ ਕਿ ਅਜਿਹੀ ਗੱਲ ਜਿਹੜੀ ਆ ਨਹੀਂ ਹੈਗੀ। ਸੁਪਰੀਮ ਕੋਰਟ ਨੇ ਇੱਕ ਰਾਜਸੀ ਦਾ ਜਿਹੜਾ ਸਰਕਾਰ ਦੇ ਕਹਿਣ ਦੇ ਉੱਤੇ ਖੇਡਿਆ। ਰੌਲਾ ਇਹ ਨਹੀਂ ਹੈਗਾ ਕਿ ਕਮੇਟੀ ਦੇ ਵਿੱਚ ਕੌਣ ਆ, ਕਮੇਟੀ ਵਿੱਚ ਬੇਸ਼ੱਕ ਕਿਸਾਨ ਯੂਨੀਅਨ ਵਾਲੇ ਵੀ ਹੋਣ, ਪਰ ਗੱਲ ਇਹ ਹੈਗੀ ਆ ਕਿ ਕੀ ਕਮੇਟੀ ਜਿਹੜੀ ਆ ਉਹ ਨਿਰਪੱਖ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ? ਕੀ ਸੁਪਰੀਮ ਕੋਰਟ ਦਾ ਜਿਹੜਾ ਕੰਮ ਆ ਉਹ ਕਮੇਟੀਆਂ ਬਣਾਉਣਾ ਆ, ਜਾਂ ਸੁਪਰੀਮ ਕੋਰਟ ਦਾ ਕੰਮ ਜਿਹੜਾ ਕਾਨੂੰਨ ਨੂੰ ਡਿਫਾਈਨ ਕਰਨਾ ਆ, ਉਹਦੀ ਕਾਨੂੰਨਤਾ ਚੈੱਕ ਕਰਨਾ ਆ? ਮਤਲਬ ਕਿ ਜਿਹੜਾ ਸੁਪਰੀਮ ਕੋਰਟ ਹੈ ਜਾਂ ਕੋਈ ਵੀ ਅਦਾਲਤ ਆ, ਉਹ ਜੋ ਫੈਸਲਾ ਸੁਣਾਉਂਦੀ ਆ ਜਾਂ ਇਹੋ ਜਿਹੇ ਮਾਮਲਿਆਂ ਵਿੱਚ ਗੱਲ ਕਰਦੀ ਆ, ਉਹਨੇ ਇਹ ਦੇਖਣਾ ਹੁੰਦਾ ਕਿ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਉਹ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈਗਾ, ਉਹ ਬਣਾ ਸਕਦੀ ਹੈ। ਕੀ ਕੇਂਦਰ ਸਰਕਾਰ ਖੇਤੀ ਬਿੱਲ ਬਣਾ ਸਕਦੀ ਹੈ? ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ? ਸੰਵਿਧਾਨ 'ਚ ਤਾਂ ਇਹ ਲਿਖਿਆ ਹੋਇਆ ਕਿ ਇਹੋ ਜਿਹੇ ਬਿੱਲ ਬਣਾਉਣ ਦਾ ਹੱਕ ਸੂਬਾ ਸਰਕਾਰਾਂ ਨੂੰ ਆ। ਸੋ ਸੁਪਰੀਮ ਕੋਰਟ ਨੂੰ ਉਹ ਦੇਖਣਾ ਚਾਹੀਦਾ ਸੀਗਾ, ਅਤੇ ਇਸ ਤੋਂ ਉਲਟ ਜਾ ਕੇ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਦੇ ਨਾਲ ਆਪਣੇ ਹੀ ਕਾਨੂੰਨ ਦੀ ਜਿਹੜੀ ਉਲੰਘਣਾ ਕਰਕੇ ਇਹ ਕਮੇਟੀ ਜਿਹੜੀ ਬਣਾਈ ਆ, ਜਦੋਂ ਕਿ ਉਹਦੀ ਜਿਊਰਿਸਡਿਕਸ਼ਨ ਹੀ ਨਹੀਂ ਹੈਗੀ। ਫਿਰ ਕਮੇਟੀ ਦੇ ਵਿੱਚ ਉਹ ਬੰਦੇ ਪਾਏ ਜਿਹੜੇ ਕਿ ਕਿਸੇ ਨੂੰ ਵੀ ਮਨਜ਼ੂਰ ਜਿਹੜੇ ਆ ਉਹ ਨਹੀਂ ਹੈਗੇ। ਸੋ ਇਸ ਤਰ੍ਹਾਂ ਜਿਹੜੀ ਆ ਕਿਸਾਨ ਆਗੂਆਂ ਦਾ ਸੁਪਰੀਮ ਕੋਰਟ ਦੇ ਉੱਤੋਂ ਨਾਰਾਜ਼ ਹੋਣਾ ਜਿਹੜਾ ਸੁਭਾਵਿਕ ਹੀ ਸੀ। ਹਾਲਾਂਕਿ ਵਾਰ-ਵਾਰ ਇਹੀ ਕਹਿ ਰਹੇ ਆ ਕਿ ਸਾਡੇ ਲਈ ਸੁਪਰੀਮ ਕੋਰਟ ਜਿਹੜੀ ਉਹ ਬੜੀ ਮਾਣਯੋਗ ਆ, ਅਸੀਂ ਉਹਦੀ ਇੱਜ਼ਤ ਕਰਦੇ ਹਾਂ, ਪਰ ਨਾਲ ਦੀ ਨਾਲ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਜਿਹੜੀ ਸੁਪਰੀਮ ਕੋਰਟ ਦੀ ਗੱਲ ਨਕਾਰ ਦਿੱਤੀ ਹੈ ਅਤੇ ਇਹ ਵੀ ਕਹਿ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੇ ਕੋਲ ਕਦੀ ਨਹੀਂ ਸੀ ਗਏ, ਅਸੀਂ ਉਹਨਾਂ ਨੂੰ ਕਦੀ ਅਪੀਲ ਨਹੀਂ ਸੀ ਕੀਤੀ ਵੀ ਕਮੇਟੀ ਬਣਾਓ। ਸਾਨੂੰ ਸੁਪਰੀਮ ਕੋਰਟ ਨੇ ਸੱਦਿਆ ਧਿਰ ਬਣਾ ਕੇ ਤਾਂ ਅਸੀਂ ਆਪਣਾ ਜਵਾਬ ਦਿੱਤਾ, ਅਦਰਵਾਈਜ਼ ਅਸੀਂ ਕਦੀ ਨਹੀਂ ਕਿਹਾ ਕਿ ਸੁਪਰੀਮ ਕੋਰਟ ਇਹਦੇ ਵਿੱਚ ਦਖਲ ਦੇਵੇ, ਜਿਹੜੀ ਕਿ ਗੱਲ ਉਹਨਾਂ ਦੀ ਬਿਲਕੁਲ ਜਾਇਜ਼ ਹੈ। ਹੁਣ ਸਰਕਾਰ ਨੇ ਉਹ ਪ੍ਰੋਪੇਗੰਡਾ ਆਲਰੇਡੀ ਸ਼ੁਰੂ ਕਰ ਦਿੱਤਾ ਕਿ ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ। ਇਹ ਕਿਹਾ ਜਾਵੇ ਕਿ ਦੇਖੋ ਜੀ, ਸਰਕਾਰ ਜਿਹੜੀ ਆ ਉਹ ਉਹਨਾਂ ਨਾਲ ਗੱਲਬਾਤ ਕਰ ਰਹੀ ਸੀਗੀ, ਉਸ ਗੱਲਬਾਤ ਦੇ ਵਿੱਚ ਇਹਨਾਂ ਨੇ ਕੁਛ ਨਹੀਂ ਮੰਨਿਆ। ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਜਿਹੜੀ ਆ ਉਹ ਆਪ ਨੋਟਿਸ ਲੈ ਕੇ ਵਿੱਚ ਦਖਲ ਦੇਣ ਲੱਗੀ ਆ ਅਤੇ ਇਹਨਾਂ ਦਾ ਭਲਾ ਕਰਨ ਲੱਗੀ ਆ, ਕਮੇਟੀ ਬਣਾਤੀ। ਹੁਣ ਇਹ ਕਮੇਟੀ ਨਹੀਂ ਮੰਨਦੇ ਨਹੀਂ ਹੈਗੇ, ਉਹਦੇ ਅੱਗੇ ਪੇਸ਼ ਨਹੀਂ ਹੋਣਾ ਚਾਹੁੰਦੇ, ਇਹਨਾਂ ਨੂੰ ਕਮੇਟੀ ਪਸੰਦ ਨਹੀਂ। ਸੋ ਇਸ ਦੇ ਵਾਸਤੇ ਜਿੱਥੇ ਸਰਕਾਰੀ ਧਿਰਾਂ ਉਹਨਾਂ ਦੇ ਨਾਲ ਪਿਛਲੇ ਲੋਕ ਜਿਹੜੇ ਸੰਘੀ ਨੇ ਉਹ ਪ੍ਰਚਾਰ ਕਰ ਰਹੇ ਆ, ਨਾਲ ਦੀ ਨਾਲ ਪੰਜਾਬ ਨਾਲ ਜੁੜੇ ਵੱਡੇ ਲੋਕਾਂ ਨੂੰ ਵੀ ਨਾਲ ਮਿਲਾ ਲਿਆ ਗਿਆ, ਜਿਹਨਾਂ ਵਿੱਚ ਇੱਕ ਵੱਡਾ ਨਾਂ ਹੈਗਾ ਧਰਮਿੰਦਰ ਪਰਿਵਾਰ। ਹਾਲਾਂਕਿ ਉਹਨਾਂ ਦਾ ਬੇਟਾ ਸਨੀ ਦਿਓਲ ਜਿਹੜਾ ਆ ਗੁਰਦਾਸਪੁਰ ਤੋਂ MP ਆ, ਉਹ ਪਹਿਲਾਂ ਹੀ ਇਸ ਬਿੱਲ ਦੇ ਹੱਕ ਵਿੱਚ ਆ, ਕਿਸਾਨਾਂ ਦਾ ਵਿਰੋਧ ਕਰ ਰਿਹਾ। ਧਰਮਿੰਦਰ ਹਜੇ ਵਿੱਚ ਵਿਚਾਲੇ ਦੀ ਗੱਲ ਜਿਹੜੀ ਕਰ ਰਹੇ ਸੀਗੇ, ਪਰ ਅੱਜ ਧਰਮਿੰਦਰ ਅਤੇ ਹੇਮਾ ਮਾਲਿਨੀ ਜਿਹਨਾਂ ਨੂੰ ਕਿ ਕਦੀ ਪੰਜਾਬ ਦਾ ਭਰਾ, ਪੰਜਾਬ ਦੀ ਭਾਬੀ ਹੋਣ ਦਾ ਮਾਣ ਵੀ ਪੰਜਾਬੀਆਂ ਨੂੰ ਦਿੱਤਾ, ਉਹ ਖੁੱਲ੍ਹ ਕੇ ਕਹਿ ਰਿਹਾ ਕਿ ਕਿਸਾਨਾਂ ਨੂੰ ਸਮਝ ਹੀ ਨਹੀਂ ਆ ਰਹੀ ਜੀ ਕਿ ਕਿਸਾਨ ਜਿਹੜੇ ਗੱਲ ਕਹਿਣਾ ਕੀ ਚਾਹੁੰਦੇ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਕਿਸਾਨਾਂ ਨੂੰ ਆਪਣਾ ਏਜੰਡਾ ਹੀ ਨਹੀਂ ਸਮਝ ਲੱਗਦਾ, ਜੋ ਕਿ ਸਰਕਾਰ ਉਹਨਾਂ ਦਾ ਭਲਾ ਕਰਨਾ ਚਾਹੁੰਦੀ ਹੈ। ਸੋ ਇਸ ਤਰ੍ਹਾਂ ਵੱਡੇ ਲੋਕਾਂ ਦੇ ਕੋਲੋਂ ਗੱਲਾਂ ਕਹਾ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਦੇ ਉਹਨਾਂ ਲੋਕਾਂ ਨੂੰ ਜਿਹੜੇ ਅੰਦੋਲਨ ਵਿੱਚ ਸ਼ਾਮਲ ਨਹੀਂ ਹੈਗੇ ਕਿ ਕਿਸਾਨ ਗਲਤ ਹੈ, ਜਦੋਂ ਕਿ ਕਿਸਾਨਾਂ ਦੀਆਂ ਜਿਹੜੀਆਂ ਦਲੀਲਾਂ ਨੇ ਉਹ ਬਿਲਕੁਲ ਜਾਇਜ਼ ਨੇ, ਉਹਨਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ। ਨਾਲ ਦੀ ਨਾਲ ਹੋਰ ਪ੍ਰੈਸ਼ਰ ਬਿਲਡ ਕਰਨ ਦੇ ਵਾਸਤੇ ਵਿੱਚ ਇੱਕ ਵਾਰੀ ਫਿਰ ਖਾਲਿਸਤਾਨੀ ਹੋਣ ਦਾ ਸ਼ੋਸ਼ਾ ਜਿਹੜਾ ਛੱਡ ਦਿੱਤਾ ਗਿਆ ਅਦਾਲਤ ਦੇ ਵਿੱਚ ਵੀ ਅਤੇ ਉਸ ਤੋਂ ਬਾਹਰ ਦੇ ਵੀ, ਕਿ ਦੇਖੋ ਜੀ ਇਸ ਅੰਦੋਲਨ ਦੇ ਵਿੱਚ ਤਾਂ ਖਾਲਿਸਤਾਨੀ ਬਹੁਤ ਵੱਡੀ ਗਿਣਤੀ ਵਿੱਚ ਆ ਗਏ ਆ। ਹਾਲਾਂਕਿ ਜਿਹੜੇ ਕਿਸਾਨ ਆਗੂ ਉਹ ਕਹਿ ਚੁੱਕੇ ਆ ਕਿ ਜੇ ਤੁਹਾਨੂੰ ਲੱਗਦਾ ਕਿ ਗਲਤ ਆਨਸਰ ਕੋਈ ਵਿੱਚ ਆਇਆ ਤਾਂ ਤੁਸੀਂ ਉਹਨੂੰ ਫੜ ਲਓ, ਫੜ ਕੇ ਲੈ ਜਾਓ, ਉਹਨੂੰ ਚਾਰਜ ਕਰ ਲਓ। ਪਰ ਇਹ ਜਿਹੜੀਆਂ ਗੱਲਾਂ ਕਰਨੀਆਂ ਇਹ ਗਲਤ ਆ। ਅਸਲ ਦੇ ਵਿੱਚ ਕਿਸਾਨਾਂ ਨੂੰ ਖਾਲਿਸਤਾਨੀ ਜਿਹੜਾ ਕਿਹਾ ਜਾ ਰਿਹਾ। ਹੁਣ ਕਿਸਾਨ ਆਗੂ ਜਿਹੜੇ ਸਾਰੇ ਨੇ ਜਾਂ ਸਾਰੇ ਲੋਕ ਨੇ ਉਹਨਾਂ ਦੇ ਹਮਾਇਤ ਵਿੱਚ, ਉਹ ਇਹ ਜੁਰਤ ਨਹੀਂ ਦਿਖਾ ਰਹੇ ਜਿਵੇਂ ਪਹਿਲਿਆਂ ਦਿਨਾਂ ਦੇ ਵਿੱਚ ਦਿਖਾਈ ਗਈ ਸੀਗੀ। ਜਦੋਂ ਪਹਿਲਾਂ ਇਹ ਮੋਰਚਾ ਲੱਗਿਆ ਹੀ ਆ, ਉਦੋਂ ਵੀ ਇਹ ਨਕਸਲੀ ਅਤੇ ਖਾਲਿਸਤਾਨੀ ਵਾਲੀ ਗੱਲ ਜਿਹੜੀ ਹੈ ਪ੍ਰੋਪੇਗੰਡਾ ਚੱਲਿਆ ਸੀਗਾ, ਅਤੇ ਉਦੋਂ ਰਾਜਸਥਾਨ ਦੇ ਲੋਕਾਂ ਨੇ, ਹਰਿਆਣੇ ਦੇ ਲੋਕਾਂ ਨੇ ਪਹਿਲ ਕੀਤੀ ਸੀ ਕਿ ਜੇ ਖਾਲਿਸਤਾਨੀ ਨੇ ਤਾਂ ਅਸੀਂ ਵੀ ਖਾਲਿਸਤਾਨੀ ਹਾਂ। ਪਰ ਹੁਣ ਕਿਤੇ ਨਾ ਕਿਤੇ ਇਹ ਗੱਲ ਕਹਿਣ ਤੋਂ ਲੋਕ ਜਿਹੜੇ ਕਤਰਾ ਰਹੇ ਆ। ਹਾਲਾਂਕਿ ਇਸ ਨੈਰੇਟਿਵ ਨੂੰ ਚੇਂਜ ਕਰਨ ਦੇ ਵਾਸਤੇ, ਇਸ ਬਰਤਾਂਤ ਦੇ ਉਲਟ ਚੱਲਣ ਦੇ ਵਾਸਤੇ ਡਾਕਟਰ ਧਰਮਵੀਰ ਗਾਂਧੀ ਨੇ, ਜਿਹੜੇ ਕਿ ਪੰਜਾਬ ਦੇ ਸਪੂਤ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਇਹ ਕਿਸਾਨ ਜਿਹੜੇ ਖਾਲਿਸਤਾਨੀ ਆ ਤਾਂ ਡਾਕਟਰ ਧਰਮਵੀਰ ਗਾਂਧੀ ਸਭ ਤੋਂ ਵੱਡਾ ਖਾਲਿਸਤਾਨੀ ਆ, ਅਤੇ ਇਸ ਖਾਲਿਸਤਾਨੀਆਂ ਦੀ ਸੂਚੀ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਨਾਂ ਜਿਹੜਾ ਸਭ ਤੋਂ ਉੱਪਰ ਲਿਖੋ। ਸੋ ਜਿਹੜਾ ਕਿ ਇਹ ਹੁੰਦਾ ਕਿ ਜਿਹੜਾ ਨੈਰੇਟਿਵ ਸਰਕਾਰਾਂ ਚਲਾਉਂਦੀਆਂ ਜਾਂ ਜਿਹੜਾ ਸਰਕਾਰੀ ਧਿਰ ਚਲਾਉਂਦੀ ਹੈ, ਉਹਦੇ ਅੱਗੇ ਝੁਕਣ ਦੀ ਬਜਾਏ ਜੇ ਉਹਨੂੰ ਚੈਲੰਜ ਕਰਕੇ ਤੁਸੀਂ ਉਹਦੇ ਬਰਾਬਰ ਨੈਰੇਟਿਵ ਨਹੀਂ ਚਲਾਉਂਦੇ ਤਾਂ ਤੁਸੀਂ ਸਫਾਈਆਂ ਹੀ ਦੇਈ ਜਾਂਦੇ ਆ, ਅਤੇ ਉਹ ਫਿਰ ਸਫਾਈਆਂ ਦੇਣ ਦੀ ਕੋਈ ਲਿਮਿਟ ਨਹੀਂ ਹੁੰਦੀ। ਤੁਸੀਂ ਉੱਪਰੋਂ ਸਫਾਈਆਂ ਦਿੰਦੇ ਹੇਠਲੇ ਡੰਡੇ ਤੱਕ ਪਹੁੰਚ ਜਾਂਦੇ ਆ। ਪਰ ਜਿਹੜੀ ਧਿਰ ਨੇ ਤੁਹਾਨੂੰ ਖਾਣਾ ਹੁੰਦਾ,
ਜਿਸ ਭੇੜੀਏ ਨੇ, ਜਿਸ ਬਘਿਆੜ ਨੇ ਸੋਚਿਆ ਹੁੰਦਾ ਕਿ ਮੈਂ ਲੇਲਾ ਖਾਣਾ ਹੀ ਖਾਣਾ ਆ, ਉਹ ਸਫਾਈਆਂ ਦੇ ਨਾਲ, ਦਲੀਲਾਂ ਦੇ ਨਾਲ ਕਦੀ ਕਾਇਲ ਨਹੀਂ ਹੁੰਦਾ। ਉਹਦਾ ਮੂੰਹ ਭੰਨਣਾ ਪੈਂਦਾ ਹੈ, ਉਹਦਾ ਮੂੰਹ ਤੋੜ ਜਵਾਬ ਦੇਣਾ ਪੈਂਦਾ। ਅਤੇ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਵਾਂਗੂ ਹੋਰ ਲੋਕਾਂ ਨੂੰ, ਵੱਡਿਆਂ ਲੋਕਾਂ ਨੂੰ, ਕਿਸਾਨ ਆਗੂਆਂ ਨੂੰ ਵੀ ਇਹੀ ਲਾਈਨ ਲੈਣ ਦੀ ਕਿਤੇ ਨਾ ਕਿਤੇ ਲੋੜ ਹੈਗੀ ਆ। ਇਸੇ ਦੌਰਾਨ ਕਿਸਾਨ ਆਗੂਆਂ ਨੇ ਸੱਦਾ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ, ਸਾਰੇ ਹਰਿਆਣਾ ਵਿੱਚ, ਨਾਲ ਹੋਰ ਪੂਰੇ ਭਾਰਤ ਵਿੱਚ ਜਦੋਂ ਲੋਹੜੀ ਮਨਾਈ ਜਾਣੀ ਆ ਤਾਂ ਇਸ ਵਾਰ ਲੱਕੜਾਂ ਦੇ ਨਾਲ, ਪਾਥੀਆਂ ਦੇ ਨਾਲ, ਹੋਰ ਤਿਲਾਂ ਦੇ ਨਾਲ ਜਿਹੜੇ ਆ ਖੇਤੀ ਬਿੱਲ ਵੀ ਲੂਹੇ ਜਾਣ। ਸੋ ਇਸ ਸੱਦੇ ਦੇ ਉੱਤੇ ਜਿਹੜਾ ਕਿਸਾਨਾਂ ਨੇ ਪੂਰੇ ਦੁਨੀਆ ਦੇ ਵਿੱਚ ਫੁੱਲ ਚੜਾਏ ਆ। ਭਾਰਤ ਭਰ ਦੇ ਵਿੱਚ, ਪੰਜਾਬ ਦੇ ਵਿੱਚ ਜਦੋਂ ਲੋਹੜੀਆਂ ਬਾਲੀਆਂ ਗਈਆਂ ਪਿੰਡ ਪੱਧਰ ਦੇ ਉੱਤੇ, ਮਹੱਲਿਆਂ ਦੇ ਵਿੱਚ, ਤਾਂ ਖੇਤੀ ਬਿੱਲਾਂ ਦੀਆਂ ਕਾਪੀਆਂ ਨਾਲ ਸਾੜੀਆਂ ਗਈਆਂ। ਇਸੇ ਤਰ੍ਹਾਂ ਬਾਹਰਲਿਆਂ ਮੁਲਕਾਂ ਦੇ ਵਿੱਚ ਵੀ ਜਿੱਥੇ ਲੋਹੜੀ ਦਾ ਤਿਉਹਾਰ ਅੰਦਰ ਹੀ ਮਨਾਇਆ ਗਿਆ, ਪਰ ਬਿੱਲਾਂ ਦੀਆਂ ਕਾਪੀਆਂ ਕਈ ਥਾਂ ਤੋਂ ਸਾੜਨ ਦੀਆਂ ਜਿਹੜੀਆਂ ਖਬਰਾਂ ਮਿਲ ਰਹੀਆਂ। ਸੋ ਪੰਜਾਬ ਅਤੇ ਕੈਨੇਡਾ ਦੇ ਵਿੱਚ ਲੋਹੜੀ ਦੇ ਉੱਤੇ ਖੇਤੀ ਬਿੱਲ ਕਿਸ ਤਰ੍ਹਾਂ ਸਾੜੇ ਗਏ, ਦੋ ਛੋਟੀਆਂ ਵੀਡੀਓਜ਼ ਤੁਹਾਨੂੰ ਲਗਾਤਾਰ ਹੁਣੇ ਦਿਖਾਉਂਦੇ ਹਾਂ। ਅਸੀਂ ਭਾਈ ਸਾਰਾ ਪਰਿਵਾਰ ਮੋਦੀ ਵੱਲੋਂ ਬਣਾਏ ਹੋਏ ਕਾਲੇ ਕਾਨੂੰਨ ਦੀਆਂ ਕਾਪੀਆਂ ਅੱਜ ਲੋਹੜੀ ਦੇ ਵਿੱਚ ਸਾੜਦੇ ਆ ਤੇ ਇਹਨਾਂ ਦਾ ਅਸੀਂ ਪੱਕੇ ਤੌਰ ਤੇ ਬਾਈਕਾਟ ਕਰਦੇ ਆ। ਈਸਰ ਆ ਦਲਿੱਦਰ ਜਾ, ਮੋਦੀ ਦੀ ਜੜ, ਮੋਦੀ ਦੀ ਜੜ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਦੀਪ ਸਿੰਘ ਹੁੰਦਲ, ਰਿਟਾਇਰਡ ਸੀਨੀਅਰ ਸੁਪਰਡੈਂਟ ਆਫ ਪੁਲਿਸ, ਪੰਜਾਬ ਪੁਲਿਸ ਇੰਡੀਆ, ਹੁਣ ਹੈਲੀਫੈਕਸ, ਨੋਵਾ ਸਕੋਸ਼ੀਆ, ਕੈਨੇਡਾ ਤੋਂ ਬੋਲ ਰਿਹਾ ਹਾਂ। ਮੈਂ ਸਿਮਰਦੀਪ ਕੌਰ ਹੁੰਡਲ, ਡੈਂਟਿਸਟ, ਹੈਲੀਫੈਕਸ, ਨੋਵਾ ਸਕੋਸ਼ੀਆ ਤੋਂ ਬੋਲ ਰਹੀ ਹਾਂ ਤੇ ਇਹ ਸਾਡਾ ਬੇਟਾ ਅੰਗਦ ਸਿੰਘ ਹੁੰਡਲ ਜਿਹੜਾ ਕਿ 2013 ਵਿੱਚ ਸਾਡੇ ਤੋਂ ਵਿਛੜ ਗਿਆ ਸੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅੱਜ 13 ਤਰੀਕ ਲੋਹੜੀ ਦਾ ਸ਼ੁਭ ਦਿਹਾੜਾ ਹੈ ਤੇ ਅੱਜ ਦੇ ਲੋਹੜੀ ਦੇ ਦਿਨ ਕਿਸਾਨ ਆਗੂਆਂ ਵੱਲੋਂ ਦਿੱਤੇ ਹੁਕਮ ਅਨੁਸਾਰ ਅਸੀਂ ਜਿਹੜੇ 3 ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਬਣਾਏ ਹਨ ਉਹਨਾਂ ਨੂੰ ਸਾੜਨ ਜਾ ਰਹੇ ਹਾਂ ਅਤੇ ਉਹਨਾਂ ਨੂੰ ਸਾੜ ਕੇ ਲੋਹੜੀ ਦਾ ਸ਼ੁਭ ਦਿਹਾੜਾ ਮਨਾਵਾਂਗੇ। ਜੈ ਜਵਾਨ ਜੈ ਕਿਸਾਨ, ਭਾਰਤੀ ਕਿਸਾਨ ਮੋਰਚਾ ਜਿੰਦਾਬਾਦ। ਸੋ ਇਹ ਸੀ ਲੋਹੜੀ ਦੇ ਉੱਤੇ ਖੇਤੀ ਬਿੱਲਾਂ ਦੀਆਂ ਕਾਪੀਆਂ ਪੰਜਾਬ ਅਤੇ ਕੈਨੇਡਾ ਵਿੱਚ ਸਾੜਨ ਦੀ ਗੱਲ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਟਰੈਕਟਰ ਮਾਰਚ ਦੀ। ਟਰੈਕਟਰ ਮਾਰਚ ਜਿੱਥੇ ਸਰਕਾਰ ਲਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ, ਉੱਥੇ ਸਾਨੂੰ ਅੱਜ ਇਹ ਵੀ ਜਾਪਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਕਿਸਾਨ ਆਗੂ ਆ ਉਹ ਵੀ ਇਸ ਨੂੰ ਲੈ ਕੇ ਪਰੇਸ਼ਾਨ ਨੇ। ਜਿਹੜਾ ਪਹਿਲਾਂ ਟਰੈਕਟਰ ਮਾਰਚ ਕੱਢਿਆ ਗਿਆ ਜਿਹਦੇ ਵਿੱਚ ਅੱਡ-ਅੱਡ ਨੰਬਰਸ ਨੇ ਕਿ 50,000 ਤੋਂ ਲੈ ਕੇ 80,000 ਟਰੈਕਟਰ ਜਿਹੜਾ ਉਹ ਦਿੱਲੀ ਦੀ ਰਿੰਗ ਰੋਡ ਦੇ ਉੱਤੇ ਗੂੰਜਿਆ ਆ। ਸੋ ਉਹ ਬੜਾ ਸ਼ਾਂਤਮਈ ਇੱਕ ਅੰਦੋਲਨ ਸੀਗਾ, ਉਹ ਮੁੱਕਿਆ ਆ। ਹੁਣ ਜਿਹੜਾ 26 ਜਨਵਰੀ ਨੂੰ ਟਰੈਕਟਰ ਪਰੇਡ ਦਾ ਕਿਸਾਨ ਆਗੂਆਂ ਵੱਲੋਂ ਸੱਦਾ ਦਿੱਤਾ ਗਿਆ ਹੋਇਆ, ਇਹਨੂੰ ਲੈ ਕੇ ਅੱਡ-ਅੱਡ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਇੱਕ ਪਾਸੇ ਜਿਹੜੀ ਸਰਕਾਰ ਆ ਉਹ ਸੁਪਰੀਮ ਕੋਰਟ ਨੂੰ ਕਹਿ ਰਹੀ ਹੈ ਕਿ ਇਹ ਜਿਹੜਾ ਟਰੈਕਟਰ ਅੰਦੋਲਨ ਆ ਇਹ ਜਿਹੜਾ ਰਿਪਬਲਿਕ ਡੇ ਪਰੇਡ ਨੂੰ ਡਿਸਟਰਪਟ ਕਰੂਗਾ, ਉਹਨੂੰ ਭੰਗ ਕਰੂਗਾ। ਜਦੋਂ ਕਿ ਕਿਸਾਨ ਆਗੂਆਂ ਨੇ ਬਿਲਕੁਲ ਵੀ ਇਹ ਸੱਦਾ ਨਹੀਂ ਦਿੱਤਾ, ਬਿਲਕੁਲ ਕਲੀਅਰ ਕਿਹਾ ਹੋਇਆ ਕਿ ਕਿਸੇ ਨੇ ਜਨਪਥ ਵੱਲ ਅਤੇ ਉੱਧਰ ਪਰੇਡ ਵੱਲ ਨਹੀਂ ਜਾਣਾ। ਪਰ ਜਿਹੜਾ ਸਰਕਾਰੀ ਐਫੀਡੈਵਿਟ ਆ ਉਹ ਬਿਲਕੁਲ ਤੱਥਾਂ ਨੂੰ ਤੋੜ ਮਰੋੜ ਕੇ ਅਦਾਲਤ ਵਿੱਚ ਪੇਸ਼ ਕਰ ਰਿਹਾ ਹੈ। ਦੂਜੀ ਗੱਲ, ਦਿੱਲੀ ਸਰਕਾਰ ਜਿਹੜੀ ਆ ਉਹ ਵੀ ਦਿੱਲੀ ਜਿਹੜੀ ਪੁਲਿਸ ਆ ਉਹ ਵੀ ਇਹੀ ਹਲਫਨਾਮਾ ਜਿਹੜਾ ਅਦਾਲਤ ਵਿੱਚ ਦੇ ਰਹੀ ਆ ਵੀ ਇਹ ਦੇਸ਼ ਦੀ ਏਕਤਾ ਲਈ ਖਤਰਾ ਆ। ਜਿਹੜਾ ਮਾਰਚ ਕੱਢਿਆ ਜਾ ਰਿਹਾ ਆ ਇਹ ਏਜੰਡਾ ਕੁਝ ਹੋ ਰਿਹਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਸ਼ਾਂਤਮਈ ਟਰੈਕਟਰ ਮਾਰਚ ਦਾ ਸੱਦਾ ਕਿਸਾਨਾਂ ਨੇ ਦਿੱਤਾ ਹੋਇਆ, ਉਹਨੂੰ ਤਾਰ-ਪੀਡੋ ਕਰਨ ਦੇ ਵਾਸਤੇ ਹੁਣ ਤੋਂ ਹੀ ਕੋਸ਼ਿਸ਼ਾਂ ਜਿਹੜੀਆਂ ਜਾਰੀ ਆ ਤਾਂ ਕਿ ਜਿਹੜਾ ਮੁਲਕ ਆ, ਦੁਨੀਆ ਆ, ਉਹ ਦੇਖ ਨਾ ਸਕੇ ਕਿ ਇਹ ਕਿੱਡਾ ਵੱਡਾ ਰੋਸ ਮਾਰਚ ਜਿਹੜਾ ਨਿਕਲਣਾ ਆ। ਹੁਣ ਇਹਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਘਬਰਾਏ ਹੋਏ ਆ। ਉਹਨਾਂ ਨੂੰ ਲੱਗ ਰਿਹਾ ਕਿ ਕਿਤੇ ਨੌਜਵਾਨ ਕੋਈ ਇਹੋ ਜਿਹੀ ਗੱਲ ਨਾ ਕਰ ਦੇਣ ਇਸ ਟਰੈਕਟਰ ਮਾਰਚ ਵਿੱਚ ਕਿ ਹਿੰਸਾ ਫੈਲ ਜਾਵੇ। ਜਿਸ ਤਰ੍ਹਾਂ ਦੀਆਂ ਟਰੈਕਟਰਾਂ ਦੀਆਂ ਤਸਵੀਰਾਂ ਉਹ ਕਹਿੰਦੇ ਆ ਰਹੀਆਂ ਆ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੂੰ ਦੇਖ ਕੇ ਡਰ ਲੱਗ ਰਿਹਾ ਆ। ਅੱਜ ਰਾਜੇਵਾਲ ਸਾਹਿਬ ਹੁਣੀ ਕਹਿ ਰਹੇ ਸੀਗੇ ਕਿ ਦੇਖੋ ਆਪਾਂ ਕੋਈ ਬਗਾਵਤ ਕਰਨ ਨਹੀਂ ਜਾਣਾ ਹੈਗਾ, ਆਪਾਂ ਕੋਈ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰਨ ਨਹੀਂ ਜਾਣਾ। ਇਹੋ ਜਿਹੇ ਟਰੈਕਟਰ ਜਿਹੜੇ ਆ ਉਹ ਕੱਲ੍ਹ ਹੀ ਤਿਆਰ ਕਰ ਰਹੇ ਆ, ਇਹ ਗੱਲ ਸਹੀ ਨਹੀਂ ਹੈਗੀ। ਪਰ ਦੂਜੇ ਪਾਸੇ ਗੱਲ ਇਹ ਹੈ ਕਿ 4 ਦਿਨ ਪਹਿਲਾਂ ਰਾਜੇਵਾਲ ਸਾਹਿਬ ਹੁਣੀ ਇਹ ਕਹਿ ਰਹੇ ਸੀਗੇ ਕਿ ਤੁਸੀਂ 23 ਤਰੀਕ ਨੂੰ ਦਿੱਲੀ ਵੱਲ ਨੂੰ ਤੁਰ ਪਿਓ ਟਰੈਕਟਰ ਲੈ ਕੇ ਅਤੇ ਆਪਾਂ 26 ਨੂੰ ਜਿਹੜਾ ਇਹ ਮਾਰਚ ਕੱਢਣਾ ਆ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਤੁਸੀਂ ਮਾਰਚ ਕੱਢਣਾ ਆ, ਚਾਹੇ ਉਹ ਸ਼ਾਂਤਮਈ ਆ, ਦੂਜੇ ਪਾਸੇ ਦਿੱਲੀ ਪੁਲਿਸ ਜਿਹੜੀ ਆ, ਫੋਰਸਿਸ ਆ, ਉਹਨਾਂ ਨੇ ਬੈਰੀਕੇਡ ਲਾਏ ਹੋਏ ਆ। ਉਹ ਬੈਰੀਕੇਡ ਤੁਹਾਡੇ ਹੱਥ ਜੋੜਿਆਂ ਤੋਂ ਉਹਨਾਂ ਨੇ ਪਰੇ ਕਰਨੇ ਨਹੀਂ। ਉਹ ਬੈਰੀਕੇਡ ਪਰੇ ਕਰਨ ਦੇ ਵਾਸਤੇ ਟਰੈਕਟਰਾਂ ਦੇ ਉੱਤੇ ਇਕੁਇਪਮੈਂਟ ਚਾਹੀਦਾ
ਜਿਹੜਾ ਕਿ ਪਰੇ ਕਰ ਸਕੇ, ਚਾਹੇ ਅੰਦੋਲਨ ਸ਼ਾਂਤਮਈ ਹੋਵੇ, ਵਰਨਾ ਟਰੈਕਟਰ ਸੁੱਟਣਗੇ ਪਹਿਲਾਂ ਵਾਂਗੂ। ਸੋ ਜਿਹੜੀ ਤਿਆਰੀ ਕੀਤੀ ਗਈ ਆ ਨੌਜਵਾਨਾਂ ਵੱਲੋਂ, ਉਹਨਾਂ ਨੂੰ ਇਸ ਤਰ੍ਹਾਂ ਸਮਝਿਆ ਜਾ ਰਿਹਾ ਕਿਸਾਨ ਆਗੂਆਂ ਵੱਲੋਂ ਕਿ ਖਰੇ ਇਹ ਹਿੰਸਾ ਜਿਹੜੀ ਫੈਲਾਉਣ ਦੇ ਵਾਸਤੇ ਅਜਿਹਾ ਕੀਤਾ ਜਾ ਰਿਹਾ, ਜਦੋਂ ਕਿ ਨੌਜਵਾਨ ਜਿਹੜੇ ਆ ਉਹ ਕਹਿ ਰਹੇ ਕਿ ਸਾਡਾ ਇਹੋ ਜਿਹਾ ਕੋਈ ਇਰਾਦਾ ਨਹੀਂ। ਅਸੀਂ ਤਾਂ ਟਰੈਕਟਰਸ ਦੀ ਸੇਫਟੀ ਜਿਹੜੀ ਆ ਉਹ ਬਣਾ ਰਹੇ ਹਾਂ ਕਿ ਬੈਰੀਕੇਡ ਹਟਾਉਂਦੇ ਆ ਜਾਂ ਪੁਲਿਸ ਦੀਆਂ ਡਾਂਗਾਂ ਝੱਲਦੇ ਆ, ਸਾਡੇ ਸੱਟ ਫੀਟ ਨਾਲ ਲੱਗੇ ਟਰੈਕਟਰ ਜਿਹੜੇ ਆ ਉਹ ਭੱਜਣੋਂ ਬਚ ਜਾਣ। ਹੁਣ ਜਿੱਥੇ ਰਾਜੇਵਾਲ ਸਾਹਿਬ ਹੁਣੀ ਇੱਕ ਪਾਸੇ ਆਪ ਹੀ ਸੱਦਾ ਦਿੰਦੇ ਆ, ਦੂਜੇ ਪਾਸੇ ਆਪ ਹੀ ਅੱਜ ਘਬਰਾਈਆਂ ਗੱਲਾਂ ਕਰ ਰਹੇ ਆ, ਤੇ ਹਰਿਆਣੇ ਦੇ ਜਿਹੜੇ ਕਿਸਾਨ ਆਗੂ ਆ ਗੁਰਨਾਮ ਸਿੰਘ ਚੜੂਨੀ ਉਹ ਹੋਰ ਗੱਲ ਕਹਿ ਰਹੇ ਆ। ਅੱਜ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਕਿਸਾਨ ਆਗੂਆਂ ਨੇ ਸੱਦਾ ਦਿੱਤਾ ਹੋਇਆ ਵੀ ਟਰੈਕਟਰ ਲੈ ਕੇ ਪਹੁੰਚੋ, ਵਾਰ-ਵਾਰ ਕਿਹਾ ਜਾ ਰਿਹਾ ਸਟੇਜ ਤੋਂ, ਤਾਂ ਜਿਹੜੇ ਟਰੈਕਟਰ ਜਿਹੜੇ ਇੱਥੇ ਲੈ ਕੇ ਉਹਨਾਂ ਨੂੰ ਧੂਫ ਦੇਣੀ ਆ ਵੀ ਜੇ ਉਹਨਾਂ ਨੇ ਬੈਰੀਕੇਡ ਜਿਹੜੇ ਨਹੀਂ ਤੋੜਨੇ। ਜੇ ਅਸੀਂ ਬੈਰੀਕੇਡ ਨਹੀਂ ਤੋੜਨੇ ਤਾਂ ਫਿਰ ਟਰੈਕਟਰ ਜਿਹੜੇ ਆ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਸੱਦੇ ਜਾ ਰਹੇ ਆ। ਸੋ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀ ਆਪਸੀ ਗੱਲਬਾਤ ਦੇ ਵਿੱਚ ਵੀ ਅੱਜ ਜਿਹੜਾ ਡਿਫਰੈਂਸ ਆ ਉਹ ਨਜ਼ਰ ਆ ਰਿਹਾ। ਜਿਹੜਾ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਕਿ ਜਿਹੜੀ ਰਾਤ ਵੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ 26 ਵਾਲੇ ਮੋਰਚੇ ਨੂੰ ਲੈ ਕੇ ਅੱਡ ਗੱਲਾਂ ਬਾਤਾਂ ਚੱਲੀਆਂ। ਕੁਝ ਜਿਹੜੇ ਕਿਸਾਨ ਆਗੂ ਉਹਨਾਂ ਨੂੰ ਲੱਗਦਾ ਕਿ ਕਿਤੇ ਮੋਰਚਾ ਜਿਹੜਾ 26 ਵਾਲਾ ਜਿਹੜਾ ਟਰੈਕਟਰ ਅੰਦੋਲਨ ਆ ਕਿਤੇ ਹਿੰਸਕ ਨਾ ਹੋ ਜਾਵੇ, ਸਰਕਾਰ ਨੂੰ ਆਪਾਂ ਇਹ ਕੋਲੋਂ ਹੀ ਜਿਹੜਾ ਆ ਮੌਕਾ ਨਾ ਦੇ ਦਈਏ ਕਿ ਸਾਡੇ 'ਤੇ ਹਮਲਾ ਕਰੇ। ਇਹ ਕਿਸਾਨ ਆਗੂਆਂ ਦਾ ਡਰ ਬਿਲਕੁਲ ਜਾਇਜ਼ ਆ। ਅੰਦੋਲਨ ਹੁਣ ਤੱਕ ਸ਼ਾਂਤਮਈ ਆ, ਸ਼ਾਂਤਮਈ ਹੀ ਰਹਿਣਾ ਚਾਹੀਦਾ ਆ। ਅਤੇ ਜੇ ਕੋਈ ਆਪਸ ਵਿੱਚ ਕਿਤੇ ਨਾ ਕਿਤੇ ਗੱਲ ਦੀ ਮਿਸਅੰਡਰਸਟੈਂਡਿੰਗ ਹੈਗੀ ਆ ਤਾਂ ਕਲੀਅਰ ਕਰ ਲੈਣੀ ਚਾਹੀਦੀ ਆ। ਅਤੇ ਚਾਹੀਦਾ ਇਹ ਹੈ ਕਿ ਬਕਾਇਦਾ ਇੱਕ ਪ੍ਰੋਗਰਾਮ ਜਿਹੜਾ ਨੌਜਵਾਨਾਂ ਨੂੰ ਵੀ ਦਿੱਤਾ ਜਾਵੇ ਕਿ ਉਹ ਜੇ ਬੈਰੀਕੇਡ ਹਟਾਉਣੇ ਆ ਤਾਂ ਕਿਸ ਤਰੀਕੇ ਹਟਾਏ ਜਾਣ, ਜਾਂ ਇੱਕ ਪਲਾਨ ਜਿਹੜਾ ਤਿਆਰ ਹੋਣਾ ਚਾਹੀਦਾ ਕਿ ਜੇ ਆਪਾਂ ਕਿਸੇ ਹੋਰ ਪਾਸਿਓਂ ਲੰਘ ਕੇ ਮਾਰਚ ਕਰਨਾ ਆ ਬੈਰੀਕੇਡ ਹਟਾਏ ਬਿਨਾਂ ਤਾਂ ਉਹ ਕੀ ਹੋਣਾ ਚਾਹੀਦਾ। ਕਿਉਂਕਿ ਜੇ ਕੋਈ ਪ੍ਰੋਗਰਾਮ ਕਿਸਾਨ ਆਗੂ ਨੌਜਵਾਨਾਂ ਨੂੰ ਨਹੀਂ ਦਿੰਦੇ ਤਾਂ ਫਿਰ ਨੌਜਵਾਨ ਤਾਂ ਉਹੀ ਕਰਨਗੇ ਜੋ ਉਸ ਵੇਲੇ ਉਹਨਾਂ ਦੇ ਦਿਮਾਗ ਵਿੱਚ ਆਊਗਾ, ਅਤੇ ਉਹ ਫਿਰ ਕੁਛ ਵੀ ਹੋ ਸਕਦਾ ਆ। ਇਸ ਕਰਕੇ ਕਿਸਾਨ ਆਗੂਆਂ ਨੂੰ ਪਹਿਲਾਂ ਹੀ ਪ੍ਰੋਗਰਾਮ ਜਿਹੜਾ ਆ ਉਹ ਦੇਣਾ ਚਾਹੀਦਾ ਆ। ਸੋ ਜਿਹੜਾ ਇਹ ਪੰਜਾਬ ਦੀ ਅਣਖ ਆ, ਪੰਜਾਬ ਦੀ ਨੌਜਵਾਨੀ ਆ, ਉਹ ਇਸ ਵੇਲੇ ਪੂਰੀ ਗੁੱਸੇ ਦੇ ਵਿੱਚ ਵੀ ਹੈਗੀ ਆ, ਅਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਉਹ ਹੈਗੇ ਆ ਕਿ ਸ਼ਾਂਤਮਈ ਰਹਿ ਕੇ ਸਰਕਾਰ ਨੂੰ ਦੱਸਣਾ ਆ ਕਿ ਸਾਡਾ ਰੋਸ ਕਿੰਨਾ ਆ। ਪਰ ਉਸ ਨੂੰ ਰੋਸ ਨੂੰ ਸਹੀ ਦਿਸ਼ਾ ਜਿਹੜੀ ਦੇਣੀ ਆ ਉਹ ਕਿਸਾਨ ਆਗੂਆਂ ਨੇ ਦੇਣੀ ਆ। ਇਹ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਵਾਰੀ ਸੱਦਾ ਦੇ ਦਿਓ ਕਿ ਤੁਸੀਂ ਆ ਜਾਓ, ਦੂਜੀ ਵਾਰੀ ਕਹੀ ਜਾਓਗੇ ਤੁਸੀਂ ਟਰੈਕਟਰ ਜਿਹੜੇ ਇੱਦਾਂ ਦੇ ਕਿਉਂ ਲੈ ਕੇ ਆਉਂਦੇ ਆ। ਬਕਾਇਦਾ ਉਹਦੇ ਵਾਸਤੇ ਜਿਹੜੀ ਰੂਪ ਰੇਖਾ ਆ ਹੁਣ ਤੋਂ ਲੀਕ ਕੇ ਹਜੇ ਪਏ ਆ 12-13 ਦਿਨ, ਤਾਂ ਕਿ ਦੱਸਿਆ ਜਾਵੇ, ਨੌਜਵਾਨ ਉਸ ਹਿਸਾਬ ਦੇ ਨਾਲ ਤਿਆਰੀ ਕਰਕੇ ਜਿਹੜੀ ਆ ਉਹ ਆਉਣ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਿ ਇਹ ਪਰੇਡ ਜਿਹੜੀ ਨਿਕਲਣੀ ਹੈ ਸ਼ਾਂਤਮਈ ਹੋਣੀ ਚਾਹੀਦੀ ਆ, ਸ਼ਾਂਤਮਈ ਅੱਗੇ ਵਧਣਾ ਚਾਹੀਦਾ ਆ। ਕਿਸੇ ਨੇ ਇਹਦੇ ਵਿੱਚ ਗਣਤੰਤਰ ਦਿਵਸ ਪਰੇਡ ਵੱਲ ਨਹੀਂ ਜਾਣਾ ਹੈਗਾ, ਕਿਸੇ ਨਾਲ ਲੜਨਾ ਝਗੜਨਾ ਨਹੀਂ ਹੈਗਾ। ਪਰ ਜਿਵੇਂ ਗੁਰਨਾਮ ਸਿੰਘ ਚੜੂਨੀ ਹੁਣੀ ਕਹਿੰਦੇ ਆ ਕਿ ਜੋ ਵੀ ਹੁੰਦਾ ਉਹਦੇ ਵਾਸਤੇ ਸਾਨੂੰ ਫਿਰ ਜ਼ਿੰਮੇਵਾਰੀ ਵੀ ਲੈਣੀ ਪੈਣੀ ਆ। ਨੌਜਵਾਨ ਜੇ ਸਾਡੇ ਕਹੇ ਦੇ ਉੱਤੇ ਆਉਂਦੇ ਆ, ਜੇ ਕੁਛ ਗਲਤ ਵੀ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਵੀ ਸਾਨੂੰ ਬਣਨਾ ਪੈਣਾ ਆ। ਅਤੇ ਇਹ ਜਿਹੜੀਆਂ ਗੱਲਾਂ ਸਾਰੀਆਂ ਸੋਚਣ ਵਾਲੀਆਂ ਆ। ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਕਿਸਾਨ ਆਗੂ ਬੈਠ ਕੇ ਠਰਮੇ ਦੇ ਨਾਲ ਜਿਹੜਾ ਆ ਉਹ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਇੱਕ ਰੂਪ ਰੇਖਾ ਲਿਖਣਗੇ ਕਿ 26 ਜਨਵਰੀ ਨੂੰ ਉਹਨੇ ਮਾਰਚ ਕੱਢਣਾ ਕਿੱਦਾਂ ਆ, ਉਹਦੀ ਰੂਪ ਰੇਖਾ ਕੀ ਹੋਣੀ ਆ, ਕੀ ਕਰਨਾ, ਗੇਮ ਪਲਾਨ ਜਿਹੜਾ ਆ ਉਹ ਕੀ ਆ। ਜਿਹੜੀ ਗੱਲ ਸ਼ਾਂਤਮਈ ਦੀ ਤਾਂ ਹਿੰਸਾ ਦੀ ਆਉਂਦੀ ਆ, ਉਹਦੇ ਵਾਸਤੇ ਵੀ ਕਿਸਾਨ ਆਗੂਆਂ ਨੂੰ ਇੱਕ ਪਾਸਾ ਕਰਨਾ ਪੈਣਾ। ਇੱਕ ਪਾਸੇ ਤਾਂ ਕਿਸਾਨ ਆਗੂ ਕਹਿ ਰਿਹਾ ਕਿ ਅਸੀਂ 26 ਜਨਵਰੀ ਬਹੁਤ ਸ਼ਾਂਤਮਈ ਤਰੀਕੇ ਨਾਲ ਮਨਾਉਣੀ ਆ, ਦੂਜੇ ਪਾਸੇ ਜਿਹੜਾ ਹਰਿਆਣਾ ਦੇ ਵਿੱਚ ਜਦੋਂ ਮਨੋਹਰ ਖੱਟਰ ਦੀ ਰੈਲੀ ਦੇ ਉੱਤੇ ਜਾ ਕੇ ਕੁਰਸੀਆਂ ਸਟੇਜਾਂ ਭੰਨੀਆਂ ਜਾਂਦੀਆਂ, ਦੁਸ਼ਯੰਤ ਚੌਟਾਲਾ ਦਾ ਹੈਲੀਪੈਡ ਜਿਹੜਾ ਆ ਉਹ ਖਰਾਬ ਕੀਤਾ ਜਾਂਦਾ, ਜਾਂ ਹੋਰ ਜਿਹੜੇ ਹਰਜੀਤ ਗਰੇਵਾਲ ਵਰਗੇ ਆਗੂ ਰੋਟੀ ਖਾਂਦੇ ਭਜਾਏ ਜਾਂਦੇ ਆ, ਉਦੋਂ ਕਿਸਾਨ ਜਥੇਬੰਦੀਆਂ ਸ਼ਲਾਘਾ ਕਰਦੀਆਂ ਇਸ ਗੱਲ ਦੀਆਂ। ਸੋ ਇਹ ਸਮਝ ਲੈਣਾ ਚਾਹੀਦਾ ਕਿ ਆਪਾਂ ਕਿੱਧਰ ਖੜ੍ਹੇ ਹਾਂ, ਵੀ ਕਿਹੜੀ ਗੱਲ ਦੀ ਆਪਾਂ ਸਪੋਰਟ ਕਰਨੀ ਹੈ, ਕਿਹੜੀ ਗੱਲ ਦੀ ਨਹੀਂ ਕਰਨੀ। ਕਿਸੇ ਮਾਮਲੇ 'ਚ ਤੁਸੀਂ ਸ਼ਾਂਤੀ ਦੀ ਗੱਲ ਕਰ ਲੈਂਦੇ ਆ, ਕਿਤੇ ਤੁਸੀਂ ਜਿਹੜੀ ਆ ਕਿਸੇ ਨੂੰ ਭਜਾਉਣ ਦੀ, ਕਿਸੇ ਦੀ ਰੈਲੀ ਖਰਾਬ ਕਰਨ ਨੂੰ ਸ਼ਲਾਘਾ ਵੀ ਕਰ ਦਿੰਦੇ ਆ। ਸੋ ਇਹ ਗੱਲਾਂ ਸਾਰੀਆਂ ਸੋਚਣ ਵਾਲੀਆਂ। ਕਿਸਾਨ ਆਗੂ ਸਾਡੇ ਬਹੁਤ ਸਿਆਣੇ ਆ, ਉਮੀਦ ਆ ਕਿ ਸਾਰਾ ਕੁਝ ਸੋਚ ਕੇ ਸਹੀ ਰੂਪ ਰੇਖਾ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਲਾਣਗੇ। ਇੱਥੇ ਹੀ ਪ੍ਰੋਗਰਾਮ ਸਮਾਪਤ ਕਰਦੇ ਹਾਂ। ਇੱਕ ਵਾਰੀ ਫਿਰ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।